ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਵਿਵੇਕਸਰ ਸਾਹਿਬ ਜੀ ਵਿਖੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵਾੜ ਜੋਧਾ ਬਹੁ ਪਰ ਉਪਕਾਰੀ। ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ 5 ਜੂਨ 2023 ਨੂੰ ਆ ਰਿਹਾ ਹੈ। ਉਸ ਦੇ ਸਬੰਧ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਸਮੂਹ ਸੰਗਤਾਂ ਸਹਿਯੋਗ ਨਾਲ ਕੱਲ੍ਹ ਦੇ ਰੋਜ਼ ਤੋਂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨਾਲ ਸੰਬੰਧਿਤ ਗੁਰ ਇਤਿਹਾਸ ਦੀ ਕਥਾ, ਜੋ ਕਿ ਮਹਾਨ ਵਿਦਵਾਨ ਕਵੀ ਭਾਈ ਸੰਤੋਖ ਸਿੰਘ ਜੀ ਦੁਆਰਾ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ ਅੰਕਿਤ ਕੀਤੀ ਗਈ ਹੈ। ਕੱਲ੍ਹ ਤੋਂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰ ਇਤਿਹਾਸ ਦੀ ਕਥਾ ਪ੍ਰਾਰੰਭ ਹੋਈ ਸੀ। ਕੱਲ੍ਹ ਆਪ ਸੰਗਤਾਂ ਨੇ ਸਰਵਣ ਕੀਤਾ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਦੇ ਗ੍ਰਹਿ ਲੰਮਾ ਸਮਾਂ ਜਦੋਂ ਕੋਈ ਔਲਾਦ ਨਹੀਂ ਹੁੰਦੀ, ਤਾਂ ਉੱਧਰੋਂ ਇੱਕ ਦਿਨ ਮਾਤ ਗੰਗਾ ਜੀ ਆਪਣੇ ਘਰ ਦੀ ਦਾਸੀ ਨੂੰ ਕਹਿੰਦੇ ਹਨ ਕਿ ਬਰਸਾਤ ਦਾ ਮੌਸਮ ਆਉਣ ਵਾਲਾ ਹੈ। ਘਰ ਦੇ ਵਿੱਚ ਜੋ ਸੁੰਦਰ ਬਸਤਰ, ਜੋ ਬਹੁਤ ਮਹਿੰਗੇ ਦੁਸ਼ਾਲੇ, ਹੋਰ ਤਰ੍ਹਾਂ ਤਰ੍ਹਾਂ ਦੇ ਕੱਪੜੇ ਰੇਸ਼ਮ ਦੇ ਹਨ, ਉਹਨਾਂ ਨੂੰ ਕੋਠੇ ਦੀ ਛੱਤ 'ਤੇ ਪਾ ਕਰਕੇ ਧੁੱਪ ਲਵਾ ਲਈਏ। ਕਿਉਂਕਿ ਆਪ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਵਿਦਿਤ ਹੈ ਕਿ ਜਦੋਂ ਬਰਸਾਤ ਦਾ ਮੌਸਮ ਆਉਂਦਾ, ਸਲਾਬ ਦੇ ਨਾਲ, ਨਮੀ ਦੇ ਨਾਲ ਕਈ ਵਾਰ ਕੱਪੜਿਆਂ ਨੂੰ, ਜਿਹਨੂੰ ਆਪਾਂ ਲੇਹ ਕਹਿ ਦਿੰਦੇ ਹਾਂ, ਕੀੜਾ ਇਤਿਆਦਿਕ ਲੱਗ ਜਾਂਦਾ ਹੈ। ਇਸ ਕਰਕੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਸੀ। ਮਾਤ ਗੰਗਾ ਜੀ ਨੇ ਘਰ ਦੀ ਦਾਸੀ ਨੂੰ ਕਹਿ ਕਰਕੇ ਤੇ ਕੱਪੜੇ ਘਰ ਦੀ ਛੱਤ 'ਤੇ ਸੁੱਕਣੇ ਪਵਾ ਦਿੱਤੇ ਧੁੱਪ ਲਵਾਉਣ ਵਾਸਤੇ। ਉੱਧਰੋਂ ਬੀਬੀ ਕਰਮੋ ਬਾਬਾ ਪ੍ਰਿਥੀ ਚੰਦ ਦੇ ਘਰ ਵਾਲੀ, ਉਸ ਨੇ ਜਦੋਂ ਇਹ ਬਹੁਤ ਵੱਡ ਮੁੱਲੇ ਮਹਿੰਗੇ ਕੱਪੜੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਘਰ 'ਤੇ ਛੱਤ 'ਤੇ ਪਾਏ ਹੋਏ ਦੇਖੇ, ਮਨ ਹੀ ਮਨ ਵਿੱਚ ਬਹੁਤ ਦੁਖੀ ਹੋਈ।
ਕਈ ਮਨੁੱਖਾਂ ਦਾ ਸੁਭਾਅ ਹੁੰਦਾ ਹੈ, ਵਿਦਵਾਨ ਵੀ ਕਹਿੰਦੇ ਹਨ ਕਿ ਮਨੁੱਖ ਉਹਨਾਂ ਆਪਣੀਆਂ ਘਾਟਾਂ, ਆਪਣੇ ਘਰ ਦੇ ਪਦਾਰਥਾਂ ਦੇ ਨਾ ਹੋਣ ਤੋਂ ਦੁਖੀ ਨਹੀਂ ਹੁੰਦਾ, ਜਿੰਨਾ ਉਹ ਦੁਖੀ ਦੂਸਰੇ ਦੇ ਪਦਾਰਥ ਧਨ ਸੰਪਦਾ ਨੂੰ ਦੇਖ ਕੇ ਹੁੰਦਾ ਹੈ। ਨਹੀਂ ਤੇ ਤਕਰੀਬਨ ਇੰਝ ਹੁੰਦਾ ਹੈ ਕਿ ਘਰ ਦਾ ਗੁਜ਼ਾਰਾ ਵਧੀਆ ਚੱਲੀ ਜਾ ਰਿਹਾ ਹੁੰਦਾ, ਪਰ ਕਈ ਮਨੁੱਖਾਂ ਦਾ ਸੁਭਾਅ ਹੁੰਦਾ ਜਦੋਂ ਉਹ ਦੂਸਰੇ ਦੇ ਪਦਾਰਥ ਵੇਖਦੇ ਹਨ ਤੇ ਮਨ ਹੀ ਮਨ ਅੰਦਰ ਬਹੁਤ ਦੁਖੀ ਹੋਈ ਜਾਂਦੇ ਹਨ। ਇਸੇ ਹੀ ਤਰ੍ਹਾਂ ਬੀਬੀ ਕਰਮੋਂ ਬਹੁਤ ਦੁਖੀ ਹੋਈ। ਜਦੋਂ ਬਾਬਾ ਪ੍ਰਿਥੀ ਚੰਦ ਜੀ ਘਰ ਆਉਂਦੇ ਹਨ ਤਾਂ ਫਿਰ ਉਹਨਾਂ ਨੂੰ ਬੜੇ ਤਾਨੇ ਮਿਹਣੇ ਦੇਣ ਲੱਗੀ ਕਿ ਜੇ ਤੁਸੀਂ ਪਿਤਾ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਦੇ ਵਿੱਚ ਚੱਲਦੇ, ਉਹਨਾਂ ਦਾ ਹੁਕਮ ਮੰਨਦੇ, ਪਰ ਬੀਬੀ ਕਰਮੋ ਇਹ ਨਹੀਂ ਜਾਣਦੀ ਕਿ ਇਹ ਜੋ ਗੁਰਤਾ ਗੱਦੀ ਦੀ ਦਾਤ ਹੈ ਇਹ ਧੁਰ ਕੀ ਦਾਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਕਿ ਦਾਤ ਜੋਤ ਖਸਮੈ ਵਡਿਆਈ। ਇਹ ਧੁਰ ਤੋਂ ਹੀ ਪਰਿਪੂਰਨ ਪਰਮਾਤਮਾ ਮੱਥੇ 'ਤੇ ਲੇਖ ਦਾਤ ਪਾ ਕਰਕੇ ਭੇਜਦਾ, ਉਹ ਜਿਸ ਨੂੰ ਮਿਲਣੀ ਹੁੰਦੀ ਹੈ ਉਸੇ ਨੂੰ ਹੀ ਮਿਲਣੀ ਹੁੰਦੀ ਹੈ। ਇਹ ਦੁਨਿਆਵੀ ਵਲ ਛਲ ਕਰਕੇ, ਹੇਰਾਂ ਫੇਰੀਆਂ ਕਰਕੇ, ਚਤੁਰਾਈਆਂ ਕਰਕੇ ਇਹ ਧੁਰ ਦੀ ਦਾਤ, ਪਰਮੇਸ਼ਰ ਦੀ ਦਾਤ ਕੋਈ ਖੋਹ ਨਹੀਂ ਸਕਦਾ ਕਿਸੇ ਦੇ ਕੋਲੋਂ। ਪਰ ਬੀਬੀ ਕਰਮੋਂ ਬਾਬਾ ਪ੍ਰਿਥੀ ਚੰਦ ਜੀ ਨੂੰ ਕਹਿਣ ਲੱਗੀ, ਜੇ ਤੁਸੀਂ ਆਗਿਆ ਦੇ ਵਿੱਚ ਚੱਲਦੇ, ਸਿਆਣਪ ਦੇ ਵਿੱਚ ਚੱਲਦੇ, ਅੱਜ ਜਿੱਥੇ ਗੁਰਤਾ ਗੱਦੀ ਦੇ ਮਾਲਕ ਤੁਸੀਂ ਹੋਣਾ ਸੀ, ਇਹ ਜੋ ਬੜੇ ਮਹਿੰਗੇ ਮਹਿੰਗੇ ਦੁਸ਼ਾਲੇ ਕੱਪੜੇ ਅੱਜ ਉਹਨਾਂ ਦੀ ਛੱਤ 'ਤੇ ਪਏ ਹੋਏ ਹਨ ਨਾ, ਇਹ ਆਪਣੇ ਘਰ ਦੀ ਛੱਤ 'ਤੇ ਹੋਣੇ ਸਨ। ਜਿੱਥੇ ਤੁਸੀਂ ਜਗਤ ਗੁਰੂ ਕਹਾਉਣਾ ਸੀ, ਮੈਂ ਵੀ ਜਗਤ ਮਾਤਾ ਕਹਾਉਣਾ ਸੀ, ਪਰ ਇਹ ਸਾਰਾ ਹੀ ਤੁਹਾਡੀ ਨਲਾਇਕੀ ਦਾ ਕਾਰਨ ਹੈ ਕਿ ਨਾ ਤੁਸੀਂ ਗੁਰੂ ਬਣੇ, ਨਾ ਮੈਂ ਜਗਤ ਮਾਤਾ ਅਖਵਾ ਸਕੀ, ਅਤੇ ਨਾ ਹੀ ਇਹ ਮਹਿੰਗੇ ਮਹਿੰਗੇ ਵਸਤਰ, ਕੱਪੜੇ, ਦੁਸ਼ਾਲੇ, ਹੋਰ ਪਦਾਰਥ ਜੋ ਸੰਗਤਾਂ ਭਟਾਵਾਂ ਲਿਆਉਂਦੀਆਂ ਸਾਨੂੰ ਪ੍ਰਾਪਤ ਨਾ ਹੋ ਸਕੇ। ਪਰ ਅਸਲ ਦੇ ਵਿੱਚ ਉਸ ਵੇਲੇ ਵੀ ਸੰਗਤਾਂ ਭਾਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਦਾਰਥ ਭਟਾਵਾਂ ਲਿਆ ਕੇ ਚੜ੍ਹਾਉਂਦੇ ਸਨ ਨਾ, ਪਰ ਫਿਰ ਵੀ ਕੁਝ ਸਿੱਖ ਸੰਗਤਾਂ ਬਾਬਾ ਪ੍ਰਿਥੀ ਚੰਦ ਜੀ ਨੂੰ ਗੁਰੂ ਸਪੁੱਤਰ ਜਾਣ ਕੇ ਭਟਾਵਾਂ ਅਰਪਣ ਕਰਦੇ ਰਹਿੰਦੇ ਸਨ। ਪਰ ਅਸਲ ਦੇ ਵਿੱਚ ਇਹ ਮਨੁੱਖ ਦੀ ਬਿਰਤੀ ਹੁੰਦੀ ਹੈ ਕਿ ਉਹ ਦੂਸਰੇ ਦਾ ਵੇਖ ਕੇ ਜਰ ਨਹੀਂ ਸਕਦਾ। ਉਹੋ ਹੀ ਬਿਰਤੀ ਬੀਬੀ ਕਰਮੋਂ ਦੀ ਸੀ। ਜਦੋਂ ਇਸ ਤਰ੍ਹਾਂ ਦੇ ਤਾਨੇ ਮਿਹਣੇ ਦਿੱਤੇ, ਉਸ ਨੇ ਆਪਣੇ ਪਤੀ ਨੂੰ ਬਾਬਾ ਪ੍ਰਿਥੀ ਚੰਦ ਜੀ ਨੂੰ ਉਹ ਕਹਿਣ ਲੱਗੇ, ਤੂੰ ਤਰਵਾਸ ਕਰ, ਜੋ ਸਮਾਂ ਬੀਤ ਗਿਆ ਉਹ ਤੇ ਹੱਥ ਨਹੀਂ ਆਵੇਗਾ, ਪਰ ਹੁਣ ਅਗਾਂਹ ਵੇਖ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੈ। ਇਸ ਸਮੁੱਚੇ ਪਦਾਰਥ ਦਾ, ਗੁਰਤਾ ਗੱਦੀ ਦਾ ਮਾਲਕ ਆਪਣਾ ਪੁੱਤਰ ਮਿਹਰਬਾਨ ਹੀ ਬਣੇਗਾ, ਕੋਈ ਹੋਰ ਨਹੀਂ। ਇਹ ਸਾਰੇ ਪਦਾਰਥ, ਕੱਪੜੇ, ਦੁਸ਼ਾਲੇ ਜੋ ਉਹਨਾਂ ਦੀ ਛੱਤ 'ਤੇ ਹਨ, ਇਹਨਾਂ ਦਾ ਮਾਲਕ ਕੋਈ ਨਹੀਂ ਹੈ, ਅਤੇ ਨਾ ਹੀ ਇਹਨਾਂ ਦੇ ਘਰ ਕੋਈ ਔਲਾਦ ਹੋਣੀ ਹੈ। ਇਸ ਸਭ ਕਾਸ਼ੇ ਦੇ ਮਾਲਕ ਆਪਾਂ ਹੀ ਹੋਣਾ, ਅਤੇ ਮੈਂ ਵੀ ਗੁਰੂ ਪੁੱਤਰ ਹਾਂ। ਮੈਂ ਸ਼ਰਾਪ ਦਿੰਦਾ ਉਹਨਾਂ ਨੂੰ ਕਿ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੋਵੇਗੀ, ਇਸ ਕਰਕੇ ਤੂੰ ਧੀਰਜ ਕਰ। ਇਸ ਤਰ੍ਹਾਂ ਦੀਆਂ ਸਿੱਖਿਆਵਾਂ ਦੇ ਕਰਕੇ ਬਾਬਾ ਪ੍ਰਿਥੀ ਚੰਦ ਆਪਣੀ ਪਤਨੀ ਬੀਬੀ ਕਰਮੋਂ ਨੂੰ ਸਮਝਾ ਰਹੇ ਹਨ। ਇਸ ਤੋਂ ਅੱਗੇ ਜੋ ਗੁਰ ਇਤਿਹਾਸ ਵਿੱਚ ਲੜੀਵਾਰ ਕਥਾ ਚੱਲ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਕਥਾ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਮੂਹ ਮਾਈ ਭਾਈ ਗੁਰਸਿੱਖ ਸ਼ਰਧਾ ਪਿਆਰ ਭਾਵਨਾ ਦੇ ਨਾਲ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨੰਦ ਕੇ ਆਨੰਦ ਬਿਨ ਵਸਤੂ ਬੇਲੰਦ ਗਨ। ਬਾਬਾ ਪ੍ਰਿਥੀ ਚੰਦ ਜੀ ਆਪਣੀ ਘਰਵਾਲੀ ਬੀਬੀ ਕਰਮੋਂ ਨੂੰ ਕਹਿ ਰਹੇ ਹਨ,
ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਤੇ ਮਾਤਾ ਗੰਗਾ ਜੀ ਉਹ ਆਨੰਦ ਕੇ ਆਨੰਦ ਬਿਨ, ਉਹਨਾਂ ਦੇ ਘਰ ਕੋਈ ਪੁੱਤਰ ਨਹੀਂ ਹੈ। ਵਸਤੂ ਬੇਲੰਦ ਗਨ, ਅਤੇ ਜੋ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਪਦਾਰਥਾਂ ਦੇ ਨਾਲ ਉਹਨਾਂ ਦਾ ਜੋ ਸਾਰਾ ਹੀ ਘਰ ਭਰਿਆ ਪਿਆ ਹੈ। ਭਰਿਓ ਜੋ ਸਦਨ ਸਭ ਆਪਨੋ ਹੀ ਜਾਨੀਐ। ਇਹ ਜੋ ਸਮੂਹ ਧਨ ਸੰਪਦਾ ਦੇ ਨਾਲ ਉਹਨਾਂ ਦਾ ਜੋ ਘਰ ਭਰਿਆ ਪਿਆ ਹੈ ਨਾ, ਇਹ ਸਾਰਾ ਹੀ ਪਦਾਰਥ ਤੂੰ ਆਪਨੋ ਹੀ ਜਾਨੀਆ ਹੈ, ਆਪਣਾ ਹੀ ਜਾਣਨਾ ਕਰ। ਮਾਲਕ ਨਾ ਔਰ ਬੈਠ ਠੌਰ ਜੇ ਸੰਭਾਰੈ ਸੋ। ਕਿਉਂਕਿ ਇਸ ਪਦਾਰਥਾਂ ਦਾ, ਇਹਨਾਂ ਵਸਤੂਆਂ ਦਾ ਉਹਨਾਂ ਦੇ ਘਰ ਮਾਲਕ ਕੋਈ ਨਹੀਂ, ਭਾਵ ਕਿ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਜੋ ਇਹਨਾਂ ਤੋਂ ਬਾਅਦ ਇਸ ਪਦਾਰਥ ਦਾ ਮਾਲਕ ਬਣੇ ਅਥਵਾ ਇਹਨਾਂ ਨੂੰ ਸੰਭਾਲ ਸਕੇ। ਜਾਂ ਤੇ ਹਮ ਲੇਹਂਗੇ ਨਾ ਦੇਹ ਆਨ ਮਾਨੀਐ। ਇਸ ਲਈ ਇਸ ਸਮੁੱਚੇ ਧਨ ਪਦਾਰਥ ਸੰਪਦਾ ਨੂੰ ਆਪਾਂ ਹੀ ਲਵਾਂਗੇ, ਹੋਰ ਕੋਈ ਇਸ ਦਾ ਮਾਲਕ ਨਹੀਂ ਹੈ। ਸਗਰੇ ਪਦਾਰਥ ਅਕਾਰਥ ਸਪੂਤ ਬਿਨ। ਇਹ ਜੋ ਉਹਨਾਂ ਦੇ ਘਰ ਤਰ੍ਹਾਂ ਤਰ੍ਹਾਂ ਦੀਆਂ ਭਟਾਵਾਂ ਸਿੱਖ ਸੰਗਤਾਂ ਨੇ ਚੜਾਈਆਂ ਹੋਈਆਂ ਹਨ, ਸਗਲੇ ਪਦਾਰਥ ਅਕਾਰਥ ਇਹ ਵਿਅਰਥ ਹੀ ਹਨ, ਕਿਉਂਕਿ ਸਪੂਤ ਬਿਨ ਉਹਨਾਂ ਦੇ ਘਰ ਪੁੱਤਰ ਕੋਈ ਨਹੀਂ ਹੈ। ਹਮ ਕੋ ਸਕਾਰਥ ਬਨੇ ਪਹਿਚਾਨੀਐ। ਇਹ ਸਾਰਾ ਕੁਝ ਸਾਨੂੰ ਹੀ ਸਕਾਰਥ ਸਫਲਾ ਬਣ ਆਵੇਗਾ, ਕਿਉਂਕਿ ਸਾਡਾ ਪੁੱਤਰ ਹੈ। ਸਾਡਾ ਪੁੱਤਰ ਮਿਹਰਬਾਨ ਇਹਨਾਂ ਪਦਾਰਥਾਂ ਨੂੰ ਸਾਂਭਣ ਵਾਲਾ ਹੈ। ਪਹਿਚਾਨੀਐ ਤੂੰ ਇਸ ਗੱਲ ਨੂੰ ਜਾਣਨਾ ਕਰ। ਕੋ ਦਿਨ ਬੜਾਈ ਜਰੋ ਹੀਰ ਕਹਿ ਨ ਜਰੋ ਤਿਹ। ਇਹ ਉਹਨਾਂ ਦੀ 4 ਦਿਨ ਦੀ ਵਡਿਆਈ ਹੈ। ਕੋ ਦਿਨ ਵਡਾਈ, ਕੁਝ ਦਿਨ ਦੀ ਵਡਿਆਈ ਹੈ, ਪਰ ਤੂੰ ਉਹਨਾਂ ਦੀ ਇਸ ਵਡਿਆਈ ਨੂੰ ਵੇਖ ਕੇ ਦੁਖੀ ਨਾ ਹੋ। ਜਰ ਹੀਨ ਜਰ ਕਿਸ ਕਾਜ ਕੀ ਬੇਗਾਨੀ ਹੈ। ਕਿਉਂਕਿ ਪੁੱਤਰ ਤੋਂ ਬਿਨਾ ਇਹ ਸਾਰਾ ਧਨ ਪਦਾਰਥ ਉਹਨਾਂ ਦਾ ਬੇਗਾਨਾ ਹੀ ਹੈ। ਸਵਈਆ ਯਉ ਪ੍ਰਿਥੀਏ ਕੈ ਧੀਰਜ ਦੀਨਸ। ਇਸ ਤਰ੍ਹਾਂ ਆਪਣੀ ਘਰ ਵਾਲੀ ਬੀਬੀ ਕਰਮੋਂ ਨੂੰ ਬਾਬਾ ਪ੍ਰਿਥੀ ਚੰਦ ਜੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਧਰਵਾਸ ਦੇ ਰਹੇ ਹਨ। ਹੋ ਸਚੇਤ ਨ ਚਿੰਤ ਧਰੀਜੈ। ਕਹਿ ਰਹੇ ਹਨ ਕਿ ਤੂੰ ਸਾਵਧਾਨ ਹੋ, ਸਿਆਣੀ ਬਣ, ਕੋਈ ਮਨ ਦੇ ਵਿੱਚ ਚਿੰਤਾ ਨਾ ਕਰ। ਬੀਤ ਗਈ ਅਬ ਹਾਥ ਨ ਆਵਤ। ਜੋ ਗੱਲ ਹੱਥੋਂ ਨਿਕਲ ਗਈ, ਆਪਾਂ ਨੂੰ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ, ਉਸ ਗੱਲ ਨੂੰ ਤੂੰ ਭੁੱਲ ਜਾ। ਪਾਛਲ ਬਾਤ ਨ ਯਾਦ ਕਰੀਜੈ। ਤੇ ਪਿਛਲੀਆਂ ਗੱਲਾਂ ਨੂੰ ਯਾਦ ਕਰ ਕਰਕੇ ਤੂੰ ਦੁਖੀ ਨਾ ਹੋ। ਆਪਣੀ ਸੰਗਤ ਤੇ ਬਿਤ ਆਵਤ ਲੈ। ਵੇਖ ਅਨੇਕਾਂ ਹੀ ਸਿੱਖ ਸੰਗਤਾਂ ਆਪਾਂ ਨੂੰ ਵੀ ਭਟਾਵਾਂ ਲਿਆ ਕਰਕੇ ਚੜਾਉਂਦੀਆਂ ਹਨ। ਖਰਚੋ ਪਟ ਚਾਰ ਬਨੀਜੈ। ਤੇ ਤੂੰ ਉਹਨਾਂ ਪਦਾਰਥਾਂ ਦੇ ਵਿੱਚੋਂ, ਭਟਾਵਾਂ ਦੇ ਵਿੱਚੋਂ ਪੈਸੇ ਖਰਚ ਕਰਕੇ ਪਟ 4 ਬਣੀਜੈ। 4 ਤੋਂ ਭਾਵ ਸੁੰਦਰ ਤੇ ਪਟ ਤੋਂ ਭਾਵ ਕੱਪੜੇ। ਜੇ ਤੈਨੂੰ ਮਹਿਸੂਸ ਹੁੰਦਾ ਕਿ ਮੇਰੇ ਕੋਲ ਕੱਪੜੇ ਨਹੀਂ, ਤੇ ਤੂੰ ਉਹਨਾਂ ਭਟਾਵਾਂ ਦੇ ਵਿੱਚੋਂ ਮਾਇਆ ਲੈ ਕਰਕੇ ਖਰਚ ਕਰਕੇ ਤੇ ਜਿਵੇਂ ਤੇਰੇ ਮਨ ਨੂੰ ਸੋਹਣੇ ਕੱਪੜੇ ਲੱਗਦੇ ਉਹ ਬਣਾ ਲਿਆ। ਜੇਰ ਜਵਾਹਰ ਜੇਵਰ ਕੋ ਕਰ। ਜੇ ਤੈਨੂੰ ਗਹਿਣਿਆਂ ਦੀ ਲੋੜ ਹੈ, ਤਰ੍ਹਾਂ ਤਰ੍ਹਾਂ ਦੇ ਜਵਾਹਰਾਂ ਦੀ ਲੋੜ ਹੈ, ਤੂੰ ਉਹ ਵੀ ਬਣਾ ਲੈ। ਦੇਵਰ ਜੇਵਰ ਕੋ ਪਹਿਰੀਜੈ। ਤੇ ਫਿਰ ਉਹਨਾਂ ਗਹਿਣਿਆਂ ਨੂੰ ਤਿਆਰ ਕਰਵਾ ਕੇ ਤੂੰ ਵੀ ਪਹਿਨਣਾ ਕਰ। ਪਰ ਉਹਨਾਂ ਦੀਆਂ ਭਟਾਵਾਂ ਵੇਖ ਕੇ, ਵਸਤੂਆਂ ਵੇਖ ਕਰਕੇ ਤੂੰ ਦੁਖੀ ਕਿਉਂ ਹੋ ਰਹੀ ਹੈ। ਦੋਹਰਾ ਇਤਿਆਦਿ ਕਹਿ ਤੀ ਕੋ ਕਰ ਪ੍ਰਸਾਨ ਤੇ ਜੀ। ਇਸ ਤਰ੍ਹਾਂ ਆਪਣੀ ਧਰਮ ਸੁਪਤਨੀ ਬੀਬੀ ਕਰਮੋਂ ਨੂੰ ਬਾਬਾ ਪ੍ਰਿਥੀ ਚੰਦ ਜੀ ਨੇ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਕਰਕੇ ਮਨ ਹੀ ਮਨ ਦੇ ਵਿੱਚ ਉਸ ਨੂੰ ਖੁਸ਼ ਕਰ ਦਿੱਤਾ। ਰਲ ਕੀ ਨਸਕੂਰੀ ਰਲੀ ਹੋਏ ਨਿਸ਼ਚੈ ਲਖ ਲੀ। ਇਸ ਤਰ੍ਹਾਂ ਦੋਵੇਂ ਝੂਠੀਆਂ ਸਲਾਹਾਂ ਕਰ ਰਹੇ ਹਨ, ਇੱਕ ਦੂਜੇ ਨੂੰ ਧਰਵਾਸ ਦੇ ਰਹੇ ਹਨ ਕਿ ਉਹਨਾਂ ਦੇ ਘਰ ਪੁੱਤਰ ਕੋਈ ਹੋਣਾ ਨਹੀਂ,
ਇਹ ਜੋ ਸਭ ਪਦਾਰਥ ਹੈ, ਜੋ ਵੀ ਮਾਇਆ, ਜੋ ਸੰਪਦਾ, ਇਸ ਦੇ ਮਾਲਕ ਆਪਾਂ ਹੀ ਬਣਨਾ ਹੈ। ਪਰ ਇਹ ਝੂਠੀਆਂ ਹੀ ਸਲਾਹਾਂ, ਕਿਉਂਕਿ ਧੁਰ ਦੀ ਦਾਤ ਜਿਸ ਨੂੰ ਮਿਲਣੀ ਹੈ ਉਸ ਨੂੰ ਇਸ ਮਾਤ ਲੋਕ 'ਤੇ ਭੇਜਣ ਵਾਲਾ ਵੀ ਪਰਮੇਸ਼ਰ ਹੈ। ਕਿ ਬਾਬਾ ਪ੍ਰਿਥੀ ਚੰਦ ਪਰਮੇਸ਼ਰ ਨਹੀਂ ਕਿ ਉਸ ਦਾਤ ਨੂੰ ਰੋਕ ਸਕੇ, ਪਰ ਇਹ ਝੂਠੇ ਹੀ ਧਰਵਾਸ ਆਪਣੇ ਮਨਾਂ ਨੂੰ ਦੇ ਰਹੇ ਹਨ। ਬੁਰਾ ਚਿਤਵ ਕਰ ਅਪਰ ਕੋ ਆਪਨ ਆਨੰਦ ਠਾਨ। ਇੱਥੇ ਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਹਨ ਕਿ ਕੁਦਰਤ ਦਾ ਇੱਕ ਵਿਧੀ ਵਿਧਾਨ ਹੈ, ਅਤੇ ਕੁਦਰਤ ਦੇ ਵਿਧੀ ਵਿਧਾਨ ਨੂੰ ਕੋਈ ਮਰੋੜ ਨਹੀਂ ਸਕਦਾ, ਕੋਈ ਤੋੜ ਨਹੀਂ ਸਕਦਾ, ਕੋਈ ਬਦਲ ਨਹੀਂ ਸਕਦਾ। ਉਹ ਇਹ ਹੈ ਕਿ ਜੇ ਕੋਈ ਮਨੁੱਖ ਕਿਸੇ ਦਾ ਬੁਰਾ ਕਰਕੇ ਜਾਂ ਬੁਰੇ ਦੇ ਪ੍ਰਤੀ ਚਿਤਵਨੀ ਕਰਕੇ ਅਤੇ ਉਸ ਦੇ ਵਿੱਚ ਸੋਚੇ ਕਿ ਮੈਨੂੰ ਖੁਸ਼ੀ ਹੋ ਰਹੀ ਹੈ ਜਾਂ ਮੈਨੂੰ ਇਹ ਪ੍ਰਾਪਤ ਹੋ ਜਾਵੇਗਾ, ਇਹ ਉਸ ਦੀ ਬਹੁਤ ਵੱਡੀ ਭੁੱਲ ਹੈ। ਪ੍ਰਭੂ ਬਿਪਰਜੈ ਕਰਤ ਤਿਸ ਏ ਤੋ ਬਿਦਤ ਜਹਾਨ। ਕਿਉਂਕਿ ਕੁਦਰਤ ਦਾ ਵਿਧੀ ਵਿਧਾਨ ਇਹ ਹੈ ਕਿ ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਕ। ਵਿਦਵਾਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਕਿ ਗੇਂਦ ਹੈ ਨਾ, ਜਿੰਨੀ ਜ਼ੋਰ ਨਾਲ ਕਹਿੰਦੇ ਸਾਹਮਣੇ ਕੰਧ ਨੂੰ ਮਾਰੀਏ, ਓਨੀ ਜ਼ੋਰ ਨਾਲ ਵਾਪਸ ਆਪਣੇ ਵੱਲ ਆਉਂਦੀ ਹੈ। ਇਸੇ ਹੀ ਤਰ੍ਹਾਂ ਜੋ ਅਸੀਂ ਚਿਤਵਨੀ ਜੇ ਭਲਾ ਬੀਜਾਂਗੇ ਤੇ ਭਲੇ ਕਰਮ ਹੀ ਉੱਗਣਗੇ, ਅਤੇ ਜੇ ਬੁਰਾ ਕਰਮ ਕਰਾਂਗੇ ਨਾ, ਤੇ ਉਹ ਅੱਜ ਦਾ ਕੀਤਾ ਹੋਇਆ ਬੁਰਾ ਕਰਮ ਇੱਕ ਬੀਜ ਲਾ ਰਹੇ ਹਾਂ, ਉਹਨੇ ਰੁੱਖ ਬਣਨਾ, ਉਹਨੂੰ ਫਲ ਲੱਗਣਾ, ਤੇ ਉਹ ਫਲ ਖਾਣਾ ਹੀ ਪੈਣਾ। ਸਤਿਗੁਰਾਂ ਨੇ ਗੁਰਬਾਣੀ ਅੰਦਰ ਸਾਨੂੰ ਸਾਵਧਾਨ ਕੀਤਾ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਮਨੁੱਖ ਕਰਮ ਕਰਨ ਲੱਗਿਆ ਇਹ ਸੋਚ ਲਈ ਕਿ ਬੁਰਾ ਜਾਂ ਚੰਗਾ ਜੋ ਕਰਮ ਕਰ ਰਿਹਾ ਨਾ, ਉਸ ਦਾ ਫਲ ਤੈਨੂੰ ਭੋਗਣਾ ਪੈਣਾ। ਵੇਦਾਂ ਦੇ ਵਿੱਚ ਵੀ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ ਕਰਕੇ ਲਿਖਿਆ ਵਿਦਵਾਨਾਂ ਨੇ ਕਿ ਜੋ ਕਰਮ ਕਰਾਂਗੇ ਕਿਸੇ ਦੇ ਪ੍ਰਤੀ, ਜੇ ਚੰਗੀ ਚਿਤਵਨੀ ਕਰਾਂਗੇ, ਜੇ ਪਰਉਪਕਾਰ ਕਰਾਂਗੇ, ਤੇ ਉਸ ਦਾ ਫਲ ਸਾਨੂੰ ਪਰਉਪਕਾਰ ਚੰਗਾ ਹੀ ਮਿਲੇਗਾ। ਜੇ ਕਿਸੇ ਦਾ ਮਾੜਾ ਕਰਾਂਗੇ, ਕਿਉਂਕਿ ਖੂਹ ਪੁੱਟਦੇ ਨੂੰ ਕਹਿੰਦੇ ਖਾਤਾ ਤਿਆਰ, ਕਿਸੇ ਦੇ ਵਾਸਤੇ ਟੋਆ ਪੁੱਟਾਂਗੇ ਨਾ, ਤੇ ਉਹ ਆਪਣੇ ਵਾਸਤੇ ਹੀ ਤਿਆਰ ਕਰ ਰਹੇ ਹਾਂ। ਕਵੀ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਕਹਿ ਰਹੇ ਹਨ, ਦੋਹਰਾ ਦਾਸੀ ਪ੍ਰਿਥੀਏ ਕੀ ਸੁਨਤ, ਦੰਪਤ ਕੇ ਸਭ ਬੈਨ। ਇਹ ਜਦੋਂ ਦੰਪਤੀ ਜੋੜਾ ਬਾਬਾ ਪ੍ਰਿਥੀ ਚੰਦ ਬੀਬੀ ਕਰਮੋਂ ਗੱਲਾਂ ਕਰ ਰਹੇ, ਉਹਨਾਂ ਦੇ ਘਰ ਦੀ ਜੋ ਦਾਸੀ ਉਸਨੇ ਸਾਰੇ ਹੀ ਬਚਨ ਸੁਣ ਲਏ। ਮਨ ਪ੍ਰਸੰਨ ਅਤ ਹੀ ਭਈ, ਕਰ ਵਿਚਾਰ ਦਿਨ ਰੈਨ। ਕਿਉਂਕਿ ਉਹ ਉਹਨਾਂ ਦੇ ਘਰ ਦੀ ਦਾਸੀ ਸੀ, ਮਨ ਹੀ ਮਨ ਵਿੱਚ ਬੜੀ ਖੁਸ਼ ਹੋਈ ਕਿ ਜੋ ਗੁਰੂ ਅਰਜਨ ਦੇਵ ਜੀ ਦੇ ਘਰ ਪਦਾਰਥ ਸੰਪਦਾ ਵਾ, ਉਹ ਵੀ ਮੇਰੇ ਮਾਲਕ ਬਾਬਾ ਪ੍ਰਿਥੀ ਚੰਦ ਨੂੰ ਹੀ ਮਿਲਣੀ ਹੈ। ਸ਼੍ਰੀ ਗੁਰ ਅਰਜਨ ਕੀ ਹੁਤੀ, ਇਕ ਦਾਸੀ ਬੁੱਧਵਾਨ। ਉਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਇੱਕ ਬਹੁਤ ਬੁੱਧੀਮਾਨ ਸਿਆਣੀ ਦਾਸੀ ਸੀ। ਤੇ ਸੋ ਕਹਿਓ ਪ੍ਰਸੰਗ ਸਭ, ਜਿਤਨੋ ਕੀਨ ਬਖਾਨ। ਬਾਬੇ ਪ੍ਰਿਥੀ ਚੰਦ ਜੀ ਦਾਸੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਦਾਸੀ ਨੂੰ ਇਹ ਸਾਰੀਆਂ ਹੀ ਗੱਲਾਂ ਦੱਸਣਾ ਕੀਤੀਆਂ। ਪ੍ਰਿਥੀਏ ਨਿਜ ਤੇ ਨਿਕਟ ਹੋਏ, ਗੁਰ ਅਰਜਨ ਪਰ ਕੋਪ। ਕਿ ਬਾਬਾ ਪ੍ਰਿਥੀ ਚੰਦ ਜੋ ਮੇਰੇ ਮਾਲਕ ਹਨ ਨਾ, ਉਹਨਾਂ ਨੇ ਆਪਣੀ ਧਰਮ ਸਪਤਨੀ ਨੂੰ ਇਸ ਤਰ੍ਹਾਂ ਗੱਲਾਂ ਦਸੀਆਂ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਨੇ ਬੜੇ ਕ੍ਰੋਧ ਨਾਲ ਇਸ ਤਰ੍ਹਾਂ ਬਚਨ ਕੀਤੇ ਹਨ। ਦਿਓ ਸ਼ਰਾਬ ਸੁਤ ਹੋਏ ਨਹਿ, ਇਹ ਰਾਖੋ ਔਰ ਗੋਪ। ਉਹ ਕੀ ਵਚਨ ਕੀਤੇ? ਉਹਨਾਂ ਨੇ ਆਪਣੇ ਛੋਟੇ ਭਰਾ ਗੁਰੂ ਅਰਜਨ ਦੇਵ ਜੀ ਨੂੰ ਸ਼ਰਾਪ ਹੀ ਦੇ ਦਿੱਤਾ ਕਿ ਉਹਨਾਂ ਦੇ ਘਰ ਪੁੱਤਰ ਨਹੀਂ ਹੋਵੇਗਾ, ਪਰ ਉਹਨਾਂ ਨੇ ਆਪਣੀ ਪਤਨੀ ਨੂੰ ਕਿਹਾ ਕਿ ਇਹ ਗੱਲ ਤੂੰ ਗੁਪਤ ਰੱਖਣੀ ਹੈ। ਸਕਲ ਪਦਾਰਥ ਹਮਲ ਹੈ, ਜਬ ਗੁਰ ਮ੍ਰਿਤ ਕੋ ਪਾਏ। ਇਹ ਸਾਰੇ ਹੀ ਪਦਾਰਥ ਆਪਾਂ ਨੂੰ ਹੀ ਮਿਲ ਜਾਣਗੇ ਜੋ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਹਨ।
ਜਦੋਂ ਉਹ ਅਕਾਲ ਚਲਾਣਾ ਕਰ ਜਾਣਗੇ। ਗੁਰਿਆਈ ਕੋ ਲੇਹ ਤਬ ਚਿੰਤਾ ਕਰਹੁ ਨਾ ਕਾਏ। ਇਸ ਕਰਕੇ ਗੁਰਤਾ ਗੱਦੀ ਵੀ ਆਪਣੇ ਪੁੱਤਰ ਨੂੰ ਪ੍ਰਾਪਤ ਹੋ ਜਾਵੇਗੀ, ਤੂੰ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰ। ਹੋਨਹਾਰ ਨਿਸ਼ਚੈ ਇਹੀ ਜਾਨੀ ਜਾਤ ਸੋ ਬਾਤ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇੰਜ ਹੀ ਹੋਣਾ ਹੈ, ਤੂੰ ਇਸ ਗੱਲ ਨੂੰ ਨਿਸ਼ਚੈ ਕਰਕੇ ਮੰਨ ਲੈ, ਜੋ ਮੈਂ ਕਹਿ ਰਿਹਾ ਨਾ ਉਵੇਂ ਹੀ ਹੋਵੇਗਾ। ਬੀਤੇ ਸੰਮਤ ਬਹੁਤ ਹੀ ਨਹਿ ਜਨਮਿਓ ਗ੍ਰਹਿ ਤਾਤ। ਕਿਉਂਕਿ ਕਈ ਸਾਲ ਬੀਤ ਗਏ, ਉਹਨਾਂ ਦੇ ਘਰ ਪੁੱਤਰ ਨਹੀਂ ਹੋਇਆ। ਜਾਂ ਤੇ ਮਾਲਕ ਇਹੀ ਹੈ ਗੁਰਤਾ ਜੁਤ ਘਰ ਬਾਰ। ਇਸ ਲਈ ਗੁਰਤਾ ਗੱਦੀ ਦਾ ਮਾਲਕ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਹੀ ਪੁੱਤਰ ਹੈ, ਤੇ ਜੋ ਉਹਨਾਂ ਦੇ ਘਰ-ਬਾਰ ਪਰਿਵਾਰ ਦੇ ਪਦਾਰਥ ਸੰਪਦਾ ਉਹ ਵੀ ਆਪਣੀ ਹੀ ਹੈ। ਨਹਿ ਅਪਰਨ ਕੋ ਪ੍ਰਾਪਤੀ ਦੇਖੋ ਹਿਰਦੈ ਵਿਚਾਰ। ਇਹ ਗੁਰਤਾ ਗੱਦੀ ਉਹਨਾਂ ਦੇ ਘਰ ਦੀਆਂ ਵਸਤੂਆਂ ਕਿਸੇ ਨੂੰ ਵੀ ਨਹੀਂ ਮਿਲਣੀਆਂ, ਆਪਾਂ ਨੂੰ ਹੀ ਮਿਲਣੀਆਂ ਹਨ। ਇਸ ਗੱਲ ਦੀ ਤੂੰ ਚੰਗੀ ਤਰ੍ਹਾਂ ਵਿਚਾਰ ਕਰ ਲੈ। ਸੋਰਠਾ ਗੁਰਦਾਸੀ ਸੁਨ ਬੈਨ ਨੈਣ ਭਰੇ ਜਲ ਕਹਤ ਇਮ। ਜਦੋਂ ਬਾਬਾ ਪ੍ਰਿਥੀ ਚੰਦ ਜੀ ਦਾਸੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਦਾਸੀ ਨੂੰ ਇਸ ਤਰ੍ਹਾਂ ਬਚਨ ਕਹੇ ਨਾ, ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਦਾਸੀ ਸੀ ਨਾ, ਉਸ ਦੇ ਨੇਤਰਾਂ ਦੇ ਵਿੱਚੋਂ ਜਲ ਪਾਰ ਆਇਆ, ਤੇ ਇਸ ਤਰ੍ਹਾਂ ਉਸ ਨੇ ਬਚਨ ਕਹੇ। ਦੇ ਪ੍ਰਭੂ ਸੁਤ ਗੁਰ ਐਨ ਗੁਰਤਾ ਇਨਕੇ ਹੋਏ ਕਿਮ। ਮਨ ਹੀ ਮਨ ਦੇ ਵਿੱਚ ਉਹ ਕਹਿਣ ਲੱਗੀ ਕਿ ਹੇ ਪ੍ਰਮਾਤਮਾ, ਤੂੰ ਮੇਰੇ ਮਾਲਕ ਭਾਵ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਤਰ ਦੀ ਦਾਤ ਦੇਵੋ, ਤੇ ਗੁਰਤਾ ਗੱਦੀ ਫਿਰ ਉਹਨਾਂ ਦੇ ਘਰ ਹੀ ਰਵੇਗੀ। ਬਾਬਾ ਪ੍ਰਿਥੀ ਚੰਦ ਕਿਵੇਂ ਲੈ ਲਵੇਗਾ? ਅਜੋ ਨਜ਼ਰਾ ਅਰੂੜ ਦੰਪਤ ਕੀ ਬੈ ਹੈ ਤਰੁਨ। ਉਹ ਕਹਿਣ ਲੱਗੀ ਬਾਬੇ ਪ੍ਰਿਥੀ ਚੰਦ ਦੀ ਦਾਸੀ ਨੂੰ ਕਿ ਹਾਲੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਾਤਾ ਗੰਗਾ ਜੀ ਬਜ਼ੁਰਗ ਨਹੀਂ ਹੋ ਗਏ, ਉਹਨਾਂ ਦੀ ਜੋ ਉਮਰ ਹੈ ਉਹ ਜਵਾਨ ਹੀ ਹੈ। ਬਤਸਰ ਅਗਨੀ ਗੂੜ ਜਰਤ ਮਰਤ ਕਹਿ ਦੁਰਬਚਨ। ਇਹ ਤਾਂ ਉਹ ਈਰਖਾ ਦੀ ਅੱਗ ਦੇ ਵਿੱਚ ਸੜਦੇ ਹੋਏ ਖੋਟੇ ਬਚਨ ਕਹਿ ਰਹੇ ਹਨ। ਬਸੇ ਗੁਰੂ ਕੋ ਧਾਮ ਇਹ ਉਜਰੇ ਜਗ ਫਿਰਹਿਗੇ। ਅਸਲ ਦੇ ਵਿੱਚ ਤੇ ਇੰਜ ਹੈ ਕਿ ਜੋ ਬਾਬਾ ਪ੍ਰਿਥੀ ਚੰਦ ਕਹਿ ਰਿਹਾ ਨਾ, ਇਹ ਬਚਨ ਉਸ 'ਤੇ ਹੀ ਲਾਗੂ ਹੋਣਗੇ। ਗੁਰੂ ਦਾ ਘਰ ਵਸਦਾ ਰਹੇਗਾ, ਬਾਬੇ ਪ੍ਰਿਥੀ ਚੰਦ ਦਾ ਘਰ ਉਜੜ ਜਾਵੇਗਾ। ਸੁਤ ਜਨਮੈ ਅਬਰਾਮ ਜਿਸ ਹੀਰ ਤਰਿਪ ਡਰਹਿਗੇ। ਕਿਉਂਕਿ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਬਹੁਤ ਸੁੰਦਰ ਬਾਲਕ ਜਨਮ ਲਵੇਗਾ, ਤੇ ਜਿਸ ਨੂੰ ਵੇਖ ਕੇ ਵੈਰੀ ਥਰ ਥਰ ਕੰਬਣਗੇ। ਮਿਲ ਦਾਸੀ ਇਮ ਦੋਏ ਨਿਜ ਨਿਜ ਪਖ ਕੀ ਬਾਤ ਕਰ। ਇਸ ਤਰ੍ਹਾਂ ਦੋਵੇਂ ਹੀ ਦਾਸੀਆਂ, ਬਾਬਾ ਪ੍ਰਿਥੀ ਚੰਦ ਜੀ ਦੇ ਘਰ ਦੀ ਦਾਸੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਦਾਸੀ, ਦੋਵੇਂ ਆਪਸ ਵਿੱਚ ਗੱਲਾਂ ਕਰ ਰਹੀਆਂ ਤੇ ਆਪੋ ਆਪਣੇ ਮਾਲਕਾਂ ਦੇ ਪੱਖ ਦੀਆਂ ਗੱਲਾਂ ਕਰ ਰਹੀਆਂ ਹਨ। ਆਪਣੇ ਮੰਦਰ ਸੋਏ ਗਮਨੀ ਚਿੰਤਾ ਹਿਰਦੈ ਧਰ। ਆਪੋ ਆਪਣੇ ਘਰ ਨੂੰ ਚਲੀਆਂ ਗਈਆਂ। ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਦਾਸੀ ਸੀ ਨਾ, ਬੜੀ ਚਿੰਤਾ ਸਾਰੀ ਰਾਤ ਉਸ ਨੂੰ ਲੱਗੀ ਰਹੀ। ਗੁਰ ਅਰਜਨ ਕੇ ਧਾਮ ਆਨ ਸੁਨਾਈ ਤਰਕ ਜੋਤ। ਅਗਲੇ ਦਿਨ ਉਸ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਆਣ ਕੇ ਨਾ, ਇਹ ਸਾਰੀਆਂ ਹੀ ਗੱਲਾਂ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਦੱਸਣੀਆਂ ਕੀਤੀਆਂ। ਇਮ ਪ੍ਰਿਥੀਏ ਕੀ ਬਾਮ ਬੁਰਾ ਚਿਤੇ ਕਿਮ ਹੋਵੈ ਨਾ ਸੁਤ। ਕਿ ਜੋ ਬਾਬੇ ਪ੍ਰਿਥੀ ਚੰਦ ਦੀ ਬਾਮ ਤੋਂ ਭਾਵ ਘਰ ਵਾਲੀ ਜੋ ਬੀਬੀ ਕਰਮੋ ਹੈ ਨਾ, ਉਹ ਆਪ ਜੀ ਦੇ ਪ੍ਰਤੀ ਇਸ ਤਰ੍ਹਾਂ ਬੁਰੀਆਂ ਚਿਤਵਨੀਆਂ ਚਿਤ ਰਹੀ ਹੈ ਕਿ ਤੁਹਾਡੇ ਘਰ ਪੁੱਤਰ ਨਹੀਂ ਹੋਵੇਗਾ। ਸਗਰੋ ਸੁਨਿਓ ਪ੍ਰਸੰਗ ਤਿਨ ਕੀ ਦਾਸੀ ਨੇ ਭੰਨਿਓ। ਇਹ ਸਾਰੀਆਂ ਗੱਲਾਂ ਉਹਨਾਂ ਦੀ ਦਾਸੀ ਨੇ ਉਹਨਾਂ ਕੋਲੋਂ ਸੁਣੀਆਂ, ਉਸ ਨੇ ਮੈਨੂੰ ਦਸੀਆਂ ਤੇ ਮੈਂ ਆਪ ਜੀ ਨੂੰ ਦੱਸ ਰਹੀ ਹਾਂ। ਭਰੀ ਹਰਖ ਕੇ ਸੰਗ ਮੈਂ ਦੁਖ ਪਾਵਤ ਸਿਰ ਧੁਨਿਓ। ਉਹ ਤਾਂ ਬੜਾ ਖੁਸ਼ ਹੋ ਰਹੀ ਸੀ ਗੱਲਾਂ ਦੱਸ ਕੇ, ਪਰ ਜਦੋਂ ਮੈਂ ਇਹ ਗੱਲਾਂ ਸੁਣੀਆਂ
ਮੈਂ ਬਹੁਤ ਦੁਖੀ ਹੋਈ। ਕਬਿਤ ਸੁਨਿਓ ਸ਼੍ਰੋਣ ਗੰਗ ਤਾਤ ਕਾਲ ਚਿਤ ਭਈ ਭੰਗ। ਜਦੋਂ ਇਹ ਗੱਲਾਂ ਦਾਸੀ ਦੇ ਕੋਲੋਂ ਮਾਤਾ ਗੰਗਾ ਜੀ ਨੇ ਸੁਣੀਆਂ ਨਾ, ਤੇ ਮਨ ਹੀ ਮਨ ਦੇ ਵਿੱਚ ਮਾਤਾ ਗੰਗਾ ਜੀ ਬਹੁਤ ਉਦਾਸ ਹੋ ਗਏ। ਲੇਤ ਸਵਾਸ ਦੁਖ ਸੰਗ ਸੋਚਨ ਕੋ ਸੋਚਤੀ। ਠੰਡੇ ਹੋ ਕੇ ਭਰ ਕੇ ਤੇ ਮਾਤਾ ਗੰਗਾ ਜੀ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਨੇ ਜਨਮ ਲੈਣਾ ਕੀਤਾ। ਆਨੰਦ ਤੇ ਬਲੰਦ ਹੀ ਆਨੰਦ ਹੋਤ। ਮਾਤਾ ਗੰਗਾ ਜੀ ਸੋਚਦੇ ਹਨ ਕਿ ਪੁੱਤਰਾਂ ਦੇ ਨਾਲ ਹੀ ਆਨੰਦ ਤੇ ਬਿਲੰਦ ਹੀ ਆਨੰਦ ਹੋਤ, ਕਿ ਪੁੱਤਰਾਂ ਦੇ ਨਾਲ ਹੀ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ, ਕਿਉਂਕਿ ਪੁੱਤਰ ਕੁਲ ਦਾ ਦੀਪਕ ਮੰਨਿਆ ਜਾਂਦਾ। ਪਰ ਮੈਂ ਆਨੰਦ ਤੇ ਬਿਲੰਦ ਹੀ, ਮੈਂ ਪੁੱਤਰ ਤੋਂ ਬਿਨਾ ਹਾਂ। ਬ੍ਰਿੰਦ ਬੀਚ ਆਨੰਦਹੀਨ ਮੈਂ ਹਉ ਕਹਿ ਆਸਵਨ ਕੋ ਮੋਚਤੀ। ਪਰ ਮੈਂ ਪੁੱਤਰ ਤੋਂ ਹੀਣੀ ਹਾਂ। ਇਸ ਤਰ੍ਹਾਂ ਸੋਚ ਕੇ ਮਾਤਾ ਗੰਗਾ ਜੀ ਅੱਖਾਂ ਦੇ ਵਿੱਚੋਂ ਅਥਰੂ ਕੀਰਤੇ ਹਨ। ਹਮਰੇ ਸ਼ਰੀਕ ਨਿਤ ਮ੍ਰਿਤ ਕੀ ਉਡੀਕ ਕਰੈ। ਫਿਰ ਦੁੱਖ ਦੀ ਗੱਲ ਇਹ ਕਿ ਸਾਡੇ ਸਕੇ ਭਰਾ ਕਹਿੰਦੇ ਬਾਹਾਂ ਹੁੰਦੀਆਂ। ਬਾਬਾ ਪ੍ਰਿਥੀ ਚੰਦ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵੱਡਾ ਹੀ ਭਰਾ ਸੀ ਨਾ, ਪਰ ਉਹ ਕੀ ਸੋਚ ਰਿਹਾ ਕਿ ਇਹ ਜਦੋਂ ਮਰਨਗੇ ਇਹਨਾਂ ਦੇ ਘਰ ਪਦਾਰਥ ਸਾਰਾ ਸਾਨੂੰ ਮਿਲੇਗਾ, ਗੁਰਤਾ ਗੱਦੀ ਸਾਡੇ ਪੁੱਤਰ ਨੂੰ ਮਿਲੇਗੀ। ਜਦੋਂ ਇਹ ਗੱਲਾਂ ਮਾਤਾ ਗੰਗਾ ਜੀ ਨੇ ਸੁਣੀਆਂ ਨਾ, ਮਨ ਹੀ ਮਨ ਦੇ ਵਿੱਚ ਸੋਚਦੇ ਕਿ ਸਾਡੇ ਸ਼ਰੀਕ ਸਾਡੀ ਮੌਤ ਦੀ ਹੀ ਉਡੀਕ ਕਰ ਰਹੇ ਹਨ। ਤਾਂ ਕੀਤੀ ਸਗਰੇ ਪਦਾਰਥ ਕੋ ਲੋਚਤੀ। ਤੇ ਜੋ ਮੇਰੀ ਜਠਾਣੀ ਹੈ ਉਹ ਸਾਡੇ ਪਦਾਰਥਾਂ ਨੂੰ ਉਡੀਕ ਰਹੀ ਹੈ ਕਿ ਕਦੋਂ ਇਹ ਮਰਨ ਤੇ ਇਹਨਾਂ ਦੇ ਪਦਾਰਥ ਮੈਨੂੰ ਮਿਲ ਜਾਣ। ਐਸੇ ਮਨ ਗਿਨਤੀ ਗਿਨਤ ਬੀਤੇ ਨਿਸ ਦਿਨ। ਇਸ ਤਰ੍ਹਾਂ 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 ਦੇ ਵਿਚਾਰ ਮਾਤਾ ਗੰਗਾ ਜੀ ਦੇ ਅੰਦਰ ਚੱਲਦਿਆਂ ਕਈ ਦਿਨ ਅਤੇ ਰਾਤਾਂ ਬਤੀਤ ਹੋ ਗਏ। ਨੀਕੋ ਖਾਨ ਪਾਨ ਚੀਰ ਭੂਖਨ ਨ ਰੋਚਤੀ। ਤੇ ਮਾਤਾ ਗੰਗਾ ਜੀ ਨੀਕੋ ਤੋਂ ਭਾਵ ਚੰਗੀ ਤਰ੍ਹਾਂ ਖਾਨ ਪਾਨ ਨਾ ਪ੍ਰਸ਼ਾਦਾ ਛਕਦੇ, ਨਾ ਚੀਰ ਤੋਂ ਭਾਵ ਕੋਈ ਵਧੀਆ ਕੱਪੜਾ ਹੀ ਪਹਿਨਦੇ, ਤੇ ਭੂਖਨ ਨਾ ਰੋਚਤੀ, ਨਾ ਹੀ ਗਹਿਣੇ ਜੇਵਰ ਪਹਿਨਣ ਦੇ ਵਿੱਚ ਕੋਈ ਰੁਚੀ ਰੱਖਦੇ ਹਨ। ਸਮੈ ਪਾਏ ਸਤਿਗੁਰੂ ਆਏ ਨਿਜ ਮੰਦਰ ਮੈਂ। ਇੱਕ ਦਿਨ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਗੁਰੂ ਕੇ ਮਹਿਲ ਵਿਖੇ ਆਏ। ਸੁੰਦਰ ਪ੍ਰਿਅੰਕ ਪੈ ਬਿਰਾਜੇ ਮਨ ਸ਼ਾਂਤ ਹੈ। ਸ਼ਾਂਤੀ ਦੇ ਪੁੰਜ, ਮਨ ਸ਼ਾਂਤ ਹੈ, ਸ਼ਾਂਤੀ ਦੇ ਪੁੰਜ ਕਿਹਾ ਜਾਂਦਾ। ਸ਼ਹੀਦਾਂ ਦੇ ਸਰਤਾਜ ਪੁੰਜ ਕਿਹਾ ਜਾਂਦਾ। ਐਸੇ ਸ਼ਾਂਤ ਮਨ ਵਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਘਰ ਆਣ ਕੇ ਸੁੰਦਰ ਪਲੰਗ ਉੱਪਰ ਜਦੋਂ ਬਿਰਾਜਮਾਨ ਹੋ ਗਏ। ਗੰਗਾ ਉਠੀ ਹੀਰ ਕਰ ਹਾਥ ਜੋਰ ਨੀਰ ਕਰ। ਮਾਤਾ ਗੰਗਾ ਜੀ ਨੇ ਵੇਖਿਆ ਸੱਚੇ ਪਾਤਸ਼ਾਹ ਆਏ, ਹੱਥ ਜੋੜ ਕਰਕੇ ਨੇੜੇ ਆ ਗਏ। ਖਰੀ ਹੋਏ ਬਿਨਤੀ ਸੁਨਾਈ ਹਿਤ ਤਾਤ ਹੈ। ਕੋਲ ਆਣ ਕਰਕੇ ਹੱਥ ਜੋੜ ਕਰਕੇ ਪੁੱਤਰ ਦੇ ਵਾਸਤੇ ਇਸ ਤਰ੍ਹਾਂ ਬੇਨਤੀ ਕਰਨ ਲੱਗੇ। ਕਰ ਬੋ ਗ੍ਰਸਤ ਸੁਟ ਸਦਨ ਸਮਾਨ ਜਾਨੋ। ਕਿ ਜੋ ਆਪਣਾ ਗ੍ਰਸਤੀ ਜੀਵਨ ਹੈ ਇਹ ਸੁਣਿਆ ਹੀ ਹੈ। ਸੁੱਠ ਤੋਂ ਭਾਵ ਸੁਣਿਆ ਤੇ ਸਦਨ ਸਮਾਨ ਜਾਨੋ। ਇਹ ਜੋ ਸਾਡਾ ਘਰ ਹੈ ਨਾ, ਜੋ ਗ੍ਰਸਤੀ ਜੀਵਨ ਹੈ ਇਹ ਸੁਣਿਆ ਹੀ ਹੈ। ਉਪਜੈ ਸਪੂਤ ਇਹ ਦੀਪਕ ਕੀ ਭਾਂਤ ਹੈ। ਸੁਣਿਆ ਕਿਉਂ ਹੈ ਕਿ ਦੀਪਕ ਦੀ ਭਾਂਤੀ ਦੀਵੇ ਦੇ ਵਾਂਗ ਜੋ ਕੁਲ ਦਾ ਦੀਪਕ ਪੁੱਤਰ ਹੁੰਦੇ ਹਨ ਉਹ ਸਾਡੇ ਘਰ ਨਹੀਂ ਹੈ। ਨਾਹੇ ਤਾਂ ਅੰਧੇਰ ਹੋਤ ਦੁਖ ਕੋ ਉਦੋਤ ਨਿਤ। ਮਾਤਾ ਗੰਗਾ ਜੀ ਕਹਿਣ ਲੱਗੇ, ਸਤਿਗੁਰੂ ਜਿਵੇਂ ਘਰ ਦੇ ਵਿੱਚ ਰਾਤ ਸਮੇਂ ਦੀਵਾ ਨਾ ਜਗੇ ਤੇ ਹਨੇਰਾ ਹੁੰਦਾ ਹੈ ਨਾ, ਇਵੇਂ ਸਾਡੇ ਘਰ ਪੁੱਤਰ ਨਹੀਂ ਤੇ ਸਾਡੀ ਕੁਲ ਦਾ ਦੀਵਾ ਨਹੀਂ ਜਗੇਗਾ। ਲੋਕ ਪਰਲੋਕ ਮੈਂ ਨਾ ਸ਼ੋਭਾ ਉਪਜਾਤ ਹੈ। ਤੇ ਜੋ ਇਸਤਰੀ ਹੈ ਨਾ, ਜਦੋਂ ਉਸ ਦੇ ਘਰ ਔਲਾਦ ਨਹੀਂ ਹੁੰਦੀ ਉਹ ਲੋਕ ਪਰਲੋਕ ਦੇ ਵਿੱਚ ਉਸ ਨੂੰ ਵਡਿਆਈ ਨਹੀਂ ਮਿਲਦੀ। ਆਪ ਸਰ ਬਗ ਕਿਆ ਮੈਂ ਕਹੂੰ ਅਲਪਗ ਮਨ। ਆਪ ਜੀ ਸਮਰੱਥ ਹੋ, ਅੰਤਰਜਾਮੀ ਹੋ, ਮੈਂ ਅਲਪਗ ਤੁਛ ਬੁੱਧੀ ਵਾਲੀ ਹਾਂ। ਤਉ ਨਿਜ ਦੁਖ ਕੋ ਸੁਨਾਵੋ ਮਹਾਦੀਨ ਹੋਏ। ਫਿਰ ਵੀ ਮੈਂ ਇੱਕ ਇਸਤਰੀ ਹੋਣ ਦੇ ਨਾਤੇ ਬੜੇ ਦੀਨ ਮਨ ਦੇ ਨਾਲ ਆਪਣਾ ਦੁੱਖ ਆਪ ਜੀ ਨੂੰ ਦੱਸ ਰਹੀ ਹਾਂ। ਰਾਵਰੇ ਸਹੋਦਰ ਨੇ ਆਪਣੀ ਕ੍ਰਸ਼ੋਦਰੀ ਸੋ। ਰਾਵਰੇ ਸਹੋਦਰ ਤੋਂ ਭਾਵ ਭਰਾ ਤੇ ਆਪਣੀ ਕ੍ਰਸ਼ੋਦਰੀ ਤੋਂ ਭਾਵ ਪਤਨੀ।
ਆਪ ਜੀ ਦੇ ਵੱਡੇ ਭਰਾ ਬਾਬਾ ਪਿਥੀ ਚੰਦ ਜੀ ਨੇ ਆਪਣੀ ਧਰਮ ਸੁਪਤਨੀ ਬੀਬੀ ਕਰਮੋ ਨੂੰ ਇਸ ਤਰ੍ਹਾਂ ਕਿਹਾ ਹੈ। ਭਨਿਓ ਜਿਮ ਸੁਨਿਮ ਦਾਸੀ ਸੁਨ ਆਈ ਸੋਏ। ਜਿਵੇਂ ਉਸਨੇ ਆਪਣੀ ਘਰਵਾਲੀ ਬੀਬੀ ਕਰਮੋ ਨੂੰ ਕਿਹਾ, ਉਹਨਾਂ ਦੀ ਦਾਸੀ ਕੋਲੋਂ ਸੁਣ ਕੇ ਆਪਣੀ ਦਾਸੀ ਆਈ ਹੈ। ਪੁੱਤਰ ਹੋਵੇ ਨ ਤਿਨ ਘਰ ਪਿਛੇ ਹਮ। ਉਹਨਾਂ ਦੇ ਘਰ ਪੁੱਤਰ ਨਹੀਂ ਹੋਵੇਗਾ, ਉਹਨਾਂ ਤੋਂ ਪਿੱਛੋਂ ਆਪਾਂ ਹੀ ਗੁਰੂ ਬਣਾਂਗੇ। ਗੁਰ ਸਗਰੇ ਪਦਾਰਥ ਕੋ ਲੇਹ ਰਮੜੀਕ ਜੋਏ। ਪੁੱਤਰ ਹਵੈ ਨਾ ਤਿੰਨ ਘਰ ਪਿਛੇ ਹਮ ਬਨੇ ਗੁਰ। ਉਹਨਾਂ ਦੇ ਘਰ ਪੁੱਤਰ ਨਹੀਂ, ਆਪਾਂ ਹੀ ਗੁਰੂ ਬਣਾਂਗੇ। ਤੇ ਜੋ ਸਗਲੇ ਪਦਾਰਥ ਹੈ, ਜੋ ਤਰ੍ਹਾਂ ਤਰ੍ਹਾਂ ਦੀ ਸੰਪਦਾ, ਉਹ ਆਪਾਂ ਹੀ ਲਵਾਂਗੇ। ਸ਼ੋਕ ਮੁਝ ਹੋਤ ਹੈ ਤਨੂਜ ਨਾ ਅਦੋਤ ਹੈ। ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ ਕਿ ਮੇਰੀ ਕੁੱਖ ਤੋਂ ਕੋਈ ਪੁੱਤਰ ਪੈਦਾ ਨਹੀਂ। ਮੌਤ ਹੈ ਸਥਿਰ ਜਗ ਨਾਹੀ ਕੋਏ। ਤੇ ਮੌਤ ਦਾ ਚੱਕਰ ਸਾਰਿਆਂ ਦੇ ਸਿਰ ਤੇ ਘੁੰਮ ਰਿਹਾ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕੋਈ ਪਤਾ ਨਹੀਂ ਕਿਸੇ ਨੂੰ ਸੱਦੜਾ ਜਾਂ ਕਦੋਂ ਆ ਜਾਵੇ ਤੇ ਉਹ ਕਾਲ ਵਸ ਹੋ ਜਾਵੇ। ਸਿਖਨ ਹਜ਼ਾਰਨ ਕੀ ਕਾਮਨਾ ਕੋ ਕਰੋ ਪੂਰ। ਆਪ ਜੀ ਸਮਰੱਥ ਹੋ, ਅੰਤਰਜਾਮੀ ਹੋ। ਹਜ਼ਾਰਾਂ ਹੀ ਸਿੱਖ ਸੰਗਤਾਂ ਆਪ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਜੋ ਵੀ ਕਾਮਨਾ ਰੱਖਦੇ, ਆਪ ਜੀ ਉਹਨਾਂ ਦੇ ਆਸਾਂ ਮਨੋਰਥ ਪੂਰੇ ਕਰਦੇ ਹੋ। ਵੇਤ ਸੁਤ ਆਦਿਕ ਸਗਲ ਸੁਖਦਾਈ ਕੋ। ਵੇਤ ਭਾਵੇਂ ਉਹ ਪਦਾਰਥਾਂ ਦੀ ਕਾਮਨਾ ਹੋਵੇ ਤੇ ਸੁੱਤ ਭਾਵੇਂ ਉਹ ਪੁੱਤਰ ਦੀ ਕਾਮਨਾ ਹੋਵੇ, ਇਹ ਸਾਰੀਆਂ ਜੀ ਸੁੱਖ ਦੇਣ ਵਾਲੀਆਂ ਕਾਮਨਾਵਾਂ ਆਪ ਜੀ ਪੂਰੀਆਂ ਕਰਦੇ ਹੋ। ਆਪਨੇ ਸਦਨ ਮੈਂ ਸੁਨੰਦ ਦੇਹੋ ਗੁਰੂ ਤੁਮ। ਇਸ ਕਰਕੇ ਆਪ ਜੀ ਕਿਰਪਾ ਕਰਕੇ ਆਪਣੇ ਘਰ ਦੇ ਵਿੱਚ ਵੀ ਪੁੱਤਰ ਦੀ ਦਾਤ ਦੇਣਾ ਕਰੋ। ਬੰਸ ਕੋ ਬੇਭੂਖਨ ਅਨੇਕ ਰਿਪ ਘਾਏ ਕੋ। ਜੋ ਕੁਲ ਦਾ ਗਹਿਣਾ ਹੋਵੇ, ਅਨੇਕਾਂ ਵੈਰੀਆਂ ਦਾ ਨਾਸ ਕਰਨ ਵਾਲਾ ਹੋਵੇ। ਹਾਸੀ ਨਾ ਸ਼ਰੀਕ ਕਰੈ ਹੀਰਨ ਆਨੰਦ ਧਰੈ। ਜਦੋਂ ਸਾਡੇ ਘਰ ਪੁੱਤਰ ਹੋ ਜਾਵੇਗਾ, ਸਾਡੇ ਸ਼ਰੀਕ ਫਿਰ ਹੱਸਣਗੇ ਨਹੀਂ ਤੇ ਫਿਰ ਉਹ ਖੁਸ਼ ਨਹੀਂ ਹੋਣਗੇ। ਤੈਸੇ ਬਿਦ ਕਰੋ ਅਬ ਤੁਮ ਸਭ ਲਾਏ ਕੋ। ਆਪ ਜੀ ਇਸ ਤਰ੍ਹਾਂ ਕਰੋ, ਪੁੱਤਰ ਦੀ ਦਾਤ ਦੇ ਦੇਵੋ, ਆਪ ਜੀ ਸਮਰੱਥ ਹੋ। ਐਸੇ ਕਹੈ ਬੈਨ ਕਰੇ ਨੀਚੇ ਜੁਗ ਨੈਣ। ਇਸ ਤਰ੍ਹਾਂ ਬੇਨਤੀ ਕਰਕੇ ਦੋਵੇਂ ਨੈਣ ਨੇਤਰ ਮਾਤ ਗੰਗਾ ਜੀ ਨੇ ਨੀਵੇਂ ਕਰ ਲਏ। ਭਈ ਲਾਜ ਹੂ ਕੋ ਐਨ ਤੇ ਸੰਕੋਚੀ ਨਿਜ ਕਾਏ ਕੋ। ਮਾਤਾ ਜੀ ਨੇ ਸੰਗਦਿਆਂ ਬੇਨਤੀ ਤੇ ਕਰ ਦਿੱਤੀ, ਪਰ ਲਾਜ ਦੇ ਘਰ ਵਿੱਚ ਆ ਗਏ। ਹਮਰੇ ਨ ਤਾਤ ਭਇਓ ਐਸੀ ਕੋ ਕਹਿਤ ਬਾਤ। ਕਹਿਣ ਲੱਗੇ, ਸਾਡੇ ਜੋ ਸ਼ਰੀਕ ਹਨ ਨਾ, ਉਹ ਇਸ ਤਰ੍ਹਾਂ ਗੱਲਾਂ ਕਰਦੇ ਕਿ ਸਾਡੇ ਘਰ ਪੁੱਤਰ ਨਹੀਂ ਪੈਦਾ ਹੋਵੇਗਾ। ਬੋਕੋ ਬਿਨ ਭਾਗ ਜਾਨ ਮਾਨਤ ਆਨੰਦ ਕੋ। ਉਹ ਮੈਨੂੰ ਭਾਗਾਂ ਤੋਂ ਹੀਣੀ ਜਾਣ ਕੇ ਬਹੁਤ ਖੁਸ਼ ਹੋ ਰਹੇ ਹਨ। ਆਪ ਸਮਰੱਥ ਨਾਥ ਸਭੈ ਬਿਦ ਹਾਥ ਬਿਖੈ। ਆਪ ਜੀ ਸਮਰੱਥ ਹੋ, ਸਭ ਵਿਧੀ ਵਿਧਾਨ ਲੋਕ ਪਰਲੋਕ ਦੇ ਰੱਖਿਆ ਕਹੋ। ਕਿਰਪਾ ਸਾਤ ਕਹੋ ਬਾਕ ਸੁੰਦਰ ਸੁਨੰਦ ਕੋ। ਇਸ ਕਰਕੇ ਆਪ ਜੀ ਮੈਨੂੰ ਵੀ ਬਚਨ ਕਰੋ ਕਿ ਮੇਰੇ ਘਰ ਪੁੱਤਰ ਪੈਦਾ ਹੋਵੇ। ਕੀਜੈ ਮੋ ਕਿਰਤਾਰਤ ਸਕਾਰ ਤੋ ਸਦਨ ਹੋਏ। ਮੇਰਾ ਇਸ ਮਾਤ ਲੋਕ ਤੇ ਆਉਣਾ ਸਫਲਾ ਹੋਵੇ, ਇਹ ਘਰ ਪਦਾਰਥ ਸਭ ਕੁਝ ਸਫਲਾ ਹੋ ਜਾਵੇ। ਦਾਸੀ ਜਾਨ ਮੇਟੀਐ ਸੰਕਟ ਬਿਲੰਦ ਕੋ। ਆਪ ਜੀ ਆਪਣੇ ਚਰਨਾਂ ਦੀ ਦਾਸੀ ਜਾਣ ਕੇ ਮੇਰਾ ਦੁੱਖ ਦੂਰ ਕਰ ਦੇਵੋ। ਧਾਰੀ ਪੁੰਨ ਮੌਨ ਨਹੀਂ ਬੋਲਿਓ ਜਾਏ ਬੈਨ ਕੌਣ। ਇਸ ਤਰ੍ਹਾਂ ਬਚਨ ਕਰਦਿਆਂ ਮਾਤ ਗੰਗਾ ਜੀ ਚੁੱਪ ਹੋ ਗਏ, ਗਲਾ ਭਰ ਆਇਆ। ਨੈਣਨ ਮੈਂ ਨੀਰ ਆਉਣ ਡਾਰੇ ਬ੍ਰਿੰਦ ਬੁੰਦ ਕੋ। ਤੇ ਅੱਖਾਂ ਦੇ ਵਿੱਚੋਂ ਤ੍ਰਿਪ ਹੰਝੂ ਧਰਤੀ ਤੇ ਡਿੱਗ ਰਹੇ ਹਨ। ਸਤਿਗੁਰ ਹੇਰੀ ਕਿਰਪਾ ਠਾਨ ਕੈ ਕਨੇਰੀ ਤਬ। ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਦੀ ਬੇਨਤੀ ਸੁਣ ਕੇ ਤੇ ਇਸ ਤਰ੍ਹਾਂ ਬਚਨ ਕੀਤੇ। ਲਾਲ ਸਬਡੇਰੀ ਜੋ ਪੈ ਕੀਨੀ ਸੋ ਤਲੀਨ ਕੀ। ਕਹਿਣ ਲੱਗੇ, ਗੰਗਾ ਜੇ ਤੈਨੂੰ ਪੁੱਤਰ ਪ੍ਰਾਪਤੀ ਦੀ ਇੱਛਾ ਹੈ, ਰਾਖਾ ਰਹਿ ਘਾਸ ਕੋ ਨਾ ਗਮ ਨੈ ਆਵਾਸ ਕੋ। ਇੱਕ ਥਾਂ ਹੈ ਜਿੱਥੋਂ ਤੈਨੂੰ ਪੁੱਤਰ ਮਿਲੇਗਾ। ਉਹ ਕੌਣ ਹੈ? ਜੋ ਸਾਡੇ ਫਸਲਾਂ ਦਾ, ਸਾਡੇ ਮਾਲ ਡੰਗਰ ਦਾ ਰਾਖਾ ਹੈ। ਦਰਸ ਕਰ ਤਾਸ ਕੋ ਸ਼ਕਤ ਬਰ ਦੇਨ ਕੀ। ਉਹ ਸੇਵਾ ਅਤੇ ਸਿਮਰਨ ਦੀ ਮੂਰਤ ਹੈ, ਕਦੀ ਆਪਣੇ ਘਰ ਵੀ ਨਹੀਂ ਕਹਿਆ। ਉਹਨਾਂ ਦਾ ਜਾ ਕੇ ਦਰਸ਼ਨ ਕਰੋ, ਉਹਨਾਂ ਦੇ ਕੋਲ ਸ਼ਕਤੀ ਹੈ ਤੁਹਾਨੂੰ ਪੁੱਤਰ ਪ੍ਰਾਪਤੀ ਦਾ ਵਰ ਦੇਣ ਦੀ। ਸਾਹਿਬ ਸੋ ਬੁੱਢਾ ਨਾਮ ਮਹਾਗੁਣ ਬ੍ਰਿੰਦ ਧਾਮ। ਉਹ ਕੌਣ ਹੈ? ਉਹਨਾਂ ਦਾ ਨਾਮ ਹੈ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ।
ਜੋ ਬਹੁਤ ਗੁਣਾਂ ਦਾ ਹੀ ਘਰ ਹਨ। ਗਿਆਨ ਅਬ ਰਾਮ ਸ਼ੇਰ ਮੋਹ ਸਮ ਏਨ ਕੀ। ਉਹਨਾਂ ਦੇ ਜੋ ਬਚਨ ਹਨ ਨਾ, ਉਹ ਸ਼ੇਰ ਦੀ ਨਿਆਈ ਹਨ, ਤੇ ਹਰਨਾ ਵਤ ਜੋ ਨਿੰਦਕਾਂ ਦੇ ਬਚਨ ਹਨ, ਉਹਨਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਹਨ। ਕੀਜੀਏ ਪ੍ਰਸੰਨ ਬਾਰ ਲੀਜੀਏ ਸੋ ਧੰਨਵਾਨ। ਉਹਨਾਂ ਨੂੰ ਜਾ ਕੇ ਪ੍ਰਸੰਨ ਕਰੋ, ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ, ਸੇਵਾ ਕਰੋ, ਫੇਰ ਤੁਸੀਂ ਖੁਸ਼ ਹੋ ਸਕਦੇ ਹੋ। ਬਿਨਤੀ ਭਨੀਜੀਏ ਵਡਾਈ ਤਜ ਬੈਨ। ਪਰ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕਰਕੇ ਬੜੀ ਨਿਮਰਤਾ ਸਹਿਤ ਬੇਨਤੀ ਕਰਨੀ ਕਰੋ। ਸਭ ਹੀ ਗੁਰੂ ਕੇ ਪਾਏ ਸੇਵਤ ਬਿਤਾਏ ਬੈਸ। ਕਿਉਂਕਿ ਉਹ ਬਹੁਤ ਵੱਡੇ ਬ੍ਰਹਮ ਗਿਆਨੀ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕਰਕੇ ਅੱਜ ਤੱਕ ਸਾਰੇ ਹੀ ਗੁਰੂ ਸਾਹਿਬਾਨ ਜੀ ਦੀ ਚਰਨ ਸ਼ਰਨ ਦੇ ਵਿੱਚ ਉਹਨਾਂ ਨੇ ਟਹਿਲ ਸੇਵਾ ਕੀਤੀ ਹੈ। ਗ੍ਰਾਮ ਗੁਰੂ ਧਾਮ ਕੋ ਸੰਭਾਰੈ ਕਾਰ ਤਿਨ ਕੀ। ਤੇ ਹੁਣ ਵੀ ਉਹ ਗੁਰੂ ਘਰ ਦੀਆਂ ਅਨੇਕਾਂ ਹੀ ਸੇਵਾਵਾਂ ਕਰ ਰਹੇ ਹਨ। ਮਹਾ ਸਮਰੱਥ ਹੈ ਜੇ ਹਾਥ ਧਰੇ ਮੱਥ ਹੈ। ਉਹ ਸਮਰੱਥ ਹਨ, ਜਿਸ ਦੇ ਮੱਥੇ ਤੇ ਹੱਥ ਰੱਖ ਦਿੰਦੇ, ਜਿਸ ਨੂੰ ਉਹ ਵਾਰ ਦੇ ਦਿੰਦੇ ਹਨ। ਸਕਲ ਦੁਖ ਲਾਥ ਹੈ ਬਿਹਾਏ ਚਿੰਤ ਮਨ ਕੀ। ਉਸ ਦੇ ਲੋਕ ਪਰਲੋਕ ਦੇ ਦੁੱਖ ਦੂਰ ਹੋ ਜਾਂਦੇ, ਉਸ ਦੀਆਂ ਚਿਤਾਵਾਂ ਦੂਰ ਹੋ ਜਾਂਦੀਆਂ। ਕੁਝ ਗੁਰਮੁਖ ਪਿਆਰੇ ਸ਼ੰਕਾ ਕਰਦੇ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਮਰੱਥ ਸਨ, ਪਰ ਪੁੱਤਰ ਪ੍ਰਾਪਤੀ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਕਿਉਂ ਭੇਜਿਆ। ਇਤਿਹਾਸ ਵਿੱਚ ਬੜੇ ਇਸ ਤਰ੍ਹਾਂ ਦੇ ਜ਼ਿਕਰ ਆਉਂਦੇ, ਜਿਵੇਂ ਇੱਕ ਸਿੱਖ ਨੇ ਆਣ ਕੇ ਬੇਨਤੀ ਕੀਤੀ ਸੀ ਕਿ ਕੋਈ ਗੁਰਮੁਖ ਕੌਣ ਹੁੰਦਾ ਜੀ, ਭਾਣੇ ਵਿੱਚ ਰਜਾ ਵਿੱਚ ਰਹਿਣ ਵਾਲਾ, ਜੋ ਆਪ ਜੀ ਦੇ ਆਉਣ ਵਾਲੇ ਸਮੇਂ ਨੂੰ ਵੀ ਜਾਣਦਾ ਹੋਵੇ, ਪਰ ਰਜਾ ਵਿੱਚ ਰਹਿਣ ਵਾਲਾ ਹੋਵੇ। ਕਿਸੇ ਗੁਰਮੁਖ ਦਾ ਮੈਨੂੰ ਦੱਸੋ, ਪਰਿਭਾਸ਼ਾ ਦੱਸੋ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਨੂੰ ਦੱਸ ਸਕਦੇ ਸਨ, ਪਰ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਭਾਈ ਭਿਖਾਰੀ ਦੇ ਕੋਲ ਭੇਜਿਆ ਕਿ ਜਾਓ ਗੁਰਮੁਖ ਦੇ ਦਰਸ਼ਨ ਕਰਕੇ ਆਓ। ਇਸ ਤਰ੍ਹਾਂ ਕੁਝ ਗੱਲਾਂ ਹੁੰਦੀਆਂ, ਜਦੋਂ ਬੰਦਾ ਪ੍ਰਤੱਖ ਵੇਖ ਲੈਂਦਾ ਨਾ, ਉਸ ਨੂੰ ਫਿਰ ਚੰਗੀ ਤਰ੍ਹਾਂ ਸਮਝ ਪੈ ਜਾਂਦੀ ਹੈ ਕਿ ਹਾਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੀ। ਕਿ ਪਰਮੇਸ਼ਰ ਤੇ ਜੋ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਪਿਆਰੇ ਆ ਨਾ, ਉਹ ਇੱਕੋ ਹੀ ਗੱਲ ਹੁੰਦੀ ਹੈ, ਕੋਈ ਦੂਸਰੀ ਗੱਲ ਨਹੀਂ ਹੁੰਦੀ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਮਾਤਾ ਗੰਗਾ ਜੀ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਾਣ ਵਾਸਤੇ ਬੇਨਤੀ ਕਰ ਰਹੇ ਹਨ। ਪਰ ਵੈ ਮਨੋਰਥ ਪ੍ਰਸੰਨ ਹੋਏ ਜਾਹੀ ਪਰ। ਜਿਸ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਖੁਸ਼ ਹੋ ਜਾਂਦੇ, ਬਚਨ ਕਰ ਦਿੰਦੇ ਹਨ। ਬਾਂਛਤ ਕੋ ਦੇਹ ਲਾਜ ਰਾਖ ਹੈ ਸ਼ਰਨ ਕੀ। ਜੋ ਵੀ ਉਹਨਾਂ ਦੀ ਸ਼ਰਨ ਵਿੱਚ ਜਾਂਦਾ ਤੇ ਜੋ ਕੋਈ ਇੱਛਾ ਕਰਦਾ, ਉਹ ਪੂਰੀ ਕਰ ਦਿੰਦੇ ਹਨ। ਚਿਤ ਮੈਂ ਅਚਲ ਹੈ ਵਿਸਾਲ ਧੀ ਪ੍ਰਬਲ ਹੈ। ਕਿਉਂਕਿ ਉਹਨਾਂ ਦਾ ਚਿੱਤ ਅਚਲ ਹੈ, ਉਹ ਅਡੋਲ ਟਿਕਿਆ ਸੇਵਾ ਸਿਮਰਨ ਬੰਦਗੀ ਦਾ ਕਰਕੇ ਇੰਨੀ ਉੱਚੀ ਅਵਸਥਾ ਦੇ, ਸਹਿਜ ਅਵਸਥਾ ਦੇ ਮਾਲਕ ਹਨ, ਤੇ ਵਿਸਾਲ ਤੀ ਉੱਚੀ ਬੁੱਧ ਦੇ ਉਹ ਮਾਲਕ ਹਨ। ਟਹਿਲਤਾ ਸਫਲ ਹੈ ਅਟਲਤਾ ਬਚਨ ਕੀ। ਉਹਨਾਂ ਦੀ ਕੀਤੀ ਸੇਵਾ ਸਫਲ ਹੈ ਤੇ ਉਹਨਾਂ ਦੇ ਬਚਨ ਅਟਲ ਹਨ, ਜੋ ਉਹ ਕਰ ਦਿੰਦੇ ਹਨ। ਕਬਿਤ ਐਸੇ ਨਿਜ ਦਾਸ ਕੀ ਪ੍ਰਸ਼ੰਸਾ ਕੋ ਪ੍ਰਕਾਸ਼ ਕੀਨ। ਇਸ ਤਰ੍ਹਾਂ ਜਦੋਂ ਆਪਣੇ ਦਾਸ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਉਪਮਾ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ। ਗੰਗਾ ਸੋਨਲੀਨ ਆਸਾ ਧਾਰੀ ਔਰ ਆਨੰਦ ਕੀ। ਮਾਤਾ ਗੰਗਾ ਜੀ ਦੇ ਮਨ ਨੂੰ ਤਰਵਾਸ ਆ ਗਈ ਕਿ ਉਹਨਾਂ ਕੋਲੋਂ ਫਿਰ ਮੈਨੂੰ ਪੁੱਤਰ ਪ੍ਰਾਪਤੀ ਦੀ ਦਾਤ ਮਿਲ ਜਾਵੇਗੀ। ਬਾਕ ਪੈ ਵਿਸਾਸ ਕਰ ਰਾਤ ਕੋ ਨਿਵਾਸ ਕਰ। ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਉੱਪਰ ਵਿਸ਼ਵਾਸ ਕਰਕੇ ਰਾਤ ਆਪਣੇ ਘਰ ਵਿੱਚ ਮਾਤਾ ਗੰਗਾ ਜੀ ਨੇ ਨਿਵਾਸ ਕੀਤਾ। ਉਦਿਓ ਸਪਤਾਸ ਤਿਆਰੀ ਕਰੀ ਜਾਨ ਬ੍ਰਿੰਦ ਕੀ। ਜਦੋਂ ਸਵੇਰ ਹੋਈ, ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਣ ਦੀ ਤਿਆਰੀ ਕੀਤੀ। ਸਿਆੰਦਨ ਤੋ ਰੰਗ ਜੋਰ ਸੁੰਦਰ ਸਜਾਏ ਰੰਗ। ਤਿਆਰੀ ਫਿਰ ਕਿਵੇਂ ਕੀਤੀ? ਸਿਆੰਦਨ ਤੁਰੰਗ ਜੋਰ, ਰਥਾਂ ਦੇ ਵਿੱਚ ਘੋੜੇ ਜੋੜ ਲਏ, ਬਹੁਤ ਸੁੰਦਰ ਤਰ੍ਹਾਂ ਤਰ੍ਹਾਂ ਰੰਗਾਂ ਦੇ। ਕਲਸੋ ਉਤੰਗ ਚਾਮੀ ਕਰ ਦੋਇ ਦੰਦ ਕੀ। ਉਹਨਾਂ ਰਥਾਂ ਦੇ ਉੱਪਰ ਬਹੁਤ ਸੁੰਦਰ ਛਤਰ ਲੱਗੇ ਹੋਏ ਹਨ, ਜੋ ਸੁਨਹਿਰੀ ਰੰਗ ਦੇ,
ਬਹੁਤ ਚਮਕਾ ਮਾਰਦੇ ਹਨ। ਗਾਜੈ ਮੰਦ ਨੀਰ ਧਰ ਸ਼ਬਦ ਗੰਭੀਰ ਭਇਓ। ਤੇ ਰਥਾਂ ਦੀ ਆਵਾਜ਼ ਇਸ ਤਰ੍ਹਾਂ ਆਉਂਦੀ ਜਿਵੇਂ ਬੱਦਲ ਗੱਜਦੇ ਹਨ। ਵਾਰਤਾ ਸਕਲ ਕਰੇ ਆਨੰਦ ਬਿਲੰਦ ਕੀ। ਤੇ ਸਾਰੇ ਹੀ ਦਾਸ ਦਾਸੀਆਂ ਆਪਸ ਵਿੱਚ ਬੜੀ ਖੁਸ਼ੀ ਖੁਸ਼ੀ ਬਚਨ ਕਰਦੇ ਹਨ। ਦਾਸੀ ਬ੍ਰਿੰਦ ਸਿੱਖਨੀ ਬਹਿਲ ਪੈ ਅਰੂੜ ਚੱਲੀ। ਹੋਰ ਵੀ ਅਨੇਕਾਂ ਦਾਸ ਦਾਸੀਆਂ ਸਿੱਖ ਅਤੇ ਸਿੱਖਣੀਆਂ ਜੋ ਬੈਲ ਗੱਡੀਆਂ ਦੇ ਉੱਪਰ ਅਸਵਾਰ ਹੋ ਕਰਕੇ ਚੱਲ ਪਏ। ਮਾਨਵ ਕੀ ਭੀੜ ਸੰਗ ਗੰਭ ਨੇ ਸੋ ਰਾਹ ਕੋ। ਇਸ ਤਰ੍ਹਾਂ ਬਹੁਤ ਜ਼ਿਆਦੀ ਭੀੜ ਨਾਲ ਲੈ ਕਰਕੇ ਭੀੜ ਬਾਬਾ ਬੁੱਢਾ ਸਾਹਿਬ ਜੀ ਦੇ ਰਸਤੇ ਦੇ ਉੱਪਰ ਚੱਲ ਪਏ। ਮਦਰ ਸਨਿਗਧ ਬਿਸਨ ਹੈ ਬਰਨ ਜਿਸ। ਮਿੱਠੇ ਖੱਟੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਮਾਤ ਗੰਗਾ ਜੀ ਨੇ ਦਾਸ ਦਾਸੀਆਂ ਦੇ ਕੋਲੋਂ ਤਿਆਰ ਕਰਵਾ ਲਏ। ਲੀਨੋ ਪਕਵਾਨ ਹੇਤ ਖਾਨ ਚਿਤ ਚਾਹ ਕੋ। ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਵਾ ਕਰਕੇ ਨਾਲ ਲੈ ਕੇ ਚੱਲ ਪਏ। ਜੋਰ ਭਾਰੇ ਵਾਹਨ ਖੁੱਲੇ ਹੈ ਬਹੁ ਦਿਨ ਖਰੇ। ਬੜੇ ਦਿਨਾਂ ਦੇ ਇਹ ਘੋੜੇ ਇਹ ਬੈਲ ਬੱਧੇ ਹੋਏ ਸਨ। ਜਦੋਂ ਘੋੜਿਆਂ ਨੂੰ ਰਥਾਂ ਵਿੱਚ ਜੋੜਿਆ, ਬੈਲਾਂ ਨੂੰ ਗੱਡਿਆਂ ਦੇ ਵਿੱਚ ਜੋੜਿਆ, ਜੋੜ ਕੇ ਜਦੋਂ ਤੁਰਿਆ ਤੇ ਇਹ ਬਹੁਤ ਤੇਜ਼ ਭੱਜਣ ਲੱਗੇ। ਚੰਚਲ ਚਲਾਕੀ ਕਰੈ ਦੇਤ ਉਤਸ਼ਾਹ ਕੋ। ਤੇ ਬਹੁਤ ਚੰਚਲਤਾਈ ਦੇ ਨਾਲ ਇਹ ਫਿਰ ਭੱਜੇ ਜਾ ਰਹੇ ਹਨ। ਰਸਤੇ ਦੇ ਉੱਪਰ ਬੜਾ ਉਤਸ਼ਾਹ ਦੇ ਰਹੇ ਹਨ। ਬ੍ਰਿਧ ਕੋ ਸਥਾਨ ਨੇਰੇ ਰਹਿਓ ਤਬ ਪ੍ਰੇਰੇ ਪੰਥ। ਜਦੋਂ ਇਹ ਭੱਜੇ ਜਾ ਰਹੇ ਹਨ ਤੇ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਥੋੜਾ ਹੀ ਦੂਰ ਰਹਿ ਗਿਆ। ਭਾਜੇ ਘੰਟ ਬਾਜੇ ਸ਼ਬ ਸਾਜੇ ਸ਼ੁਭ ਬਾਹ ਕੋ। ਜਦੋਂ ਇਹ ਬੈਲ ਭੱਜ ਰਹੇ ਹਨ, ਇਹਨਾਂ ਦੇ ਗਲਾਂ ਵਿੱਚ ਪੈਰਾਂ ਵਿੱਚ ਪਾਏ ਹੋਏ ਘੁੰਗਰੂ ਵੱਜਦੇ ਹਨ। ਬਹੁਤ ਸੁੰਦਰ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕਰਦੇ ਹਨ। ਪੀਛੇ ਤੇ ਬਹਿਲ ਬ੍ਰਿੰਦ ਬਾਲਕੋ ਬਿਲੰਦ ਕਰੈ। ਤੇ ਨਾਲ ਦੀ ਨਾਲ ਦਾਸ ਦਾਸੀਆਂ ਬ੍ਰਿੰਦ ਬਾਲਕੋ ਬੈਲ ਗੱਡੀਆਂ ਨੂੰ ਵੀ ਬਹੁਤ ਜ਼ੋਰ ਦੀ ਭਜਾਈ ਜਾ ਰਹੇ ਹਨ। ਸਗਰੀ ਧਵਾਈ ਤੂਰ ਚੜੀ ਅਸਮਾਨ ਮੈਂ। ਜਦੋਂ ਇਹ ਭੱਜੇ ਜਾ ਰਹੇ ਹਨ, ਰਸਤਾ ਕੱਚਾ ਸੀ, ਅਸਮਾਨ ਨੂੰ ਬਹੁਤ ਭਾਰੀ ਧੂੜ ਚੜ ਗਈ। ਘੁੰਗਰੂ ਕਮੰਕੇ ਘੋਰੇ ਪੈਰ ਕੋ ਬਚੰਤੇ। ਘੋੜਿਆਂ ਦੇ ਪੈਰਾਂ ਦੇ ਵਿੱਚ ਜੋ ਘੁੰਗਰੂ ਪਾਏ, ਗਲਾਂ ਵਿੱਚ ਪਾਏ, ਉਹ ਬਹੁਤ ਉੱਚੀ ਉੱਚੀ ਆਵਾਜ਼ਾਂ ਕਰਦੇ ਹਨ। ਨੇਮੀ ਸ਼ਬਦ ਉਠਨ ਤੇ ਜਾਨ ਦੌੜਤ ਪਿਆਨ ਮੈਂ। ਜਦੋਂ ਇਹ ਰਸਤੇ ਉੱਪਰ ਦੌੜ ਰਹੇ ਹਨ, ਰਥ ਬੈਲ ਗੱਡੀਆਂ ਘੋੜੇ ਬੈਲ, ਬਹੁਤ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਹਨ। ਸ਼ੋਰ ਉਠੇ ਜੋਰ ਖੱਗ ਉੱਡੇ ਚਾਹੋਂ ਔਰ। ਕਿਉਂਕਿ ਉਦੋਂ ਇਹ ਸਾਰਾ ਰਸਤਾ ਜੰਗਲ ਦਾ ਸੀ। ਜਦੋਂ ਇਹ ਬਹੁਤ ਤੇਜ਼ ਭਜਾਈ ਜਾ ਰਹੇ ਹਨ, ਖੱਗ ਉੱਡੇ ਚਾਹੋਂ ਔਰ, ਤੇ ਜੰਗਲ ਦੇ ਪੰਛੀ ਬਹੁਤ ਡਰ ਕੇ ਇੱਧਰ ਉੱਧਰ ਉੱਡਣ ਲੱਗੇ। ਧਾਏ ਬਨ ਤੇ ਪਲਾਏ ਮ੍ਰਿਗ ਤਰਾਸ ਤੇ ਸਥਾਨ ਮੈਂ। ਜੰਗਲ ਦੇ ਵਿੱਚ ਜੋ ਹਿਰਨ ਹੋਰ ਜਾਨਵਰ ਸਨ, ਡਰਦੇ ਇੱਧਰ ਉੱਧਰ ਦੌੜਾਂ ਲਾਉਣ ਲੱਗੇ। ਕਉ ਬ੍ਰਿਧ ਪਾਸ ਤਾਂ ਸੋ ਪੁੱਛਿਓ ਇਹੋ ਕੌਣ ਆਵੈ। ਉਧਰ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਕੋਈ ਸਿੱਖ ਬੈਠਾ ਸੀ। ਬਾਬਾ ਬੁੱਢਾ ਸਾਹਿਬ ਜੀ ਪੁੱਛਣ ਲੱਗੇ, ਜੀਵ ਭਏ ਵਿਆਕੁਲ ਵਿਸਾਲ ਹੀ ਭਿਆਨ ਮੈਂ। ਇਹ ਜੰਗਲ ਦੇ ਪੰਛੀ, ਇਹ ਜਾਨਵਰ ਬੜੇ ਉਤਾਵਲੇ ਹੋਏ ਹਨ, ਡਰੇ ਹੋਏ ਹਨ, ਕੀ ਗੱਲ ਹੈ? ਤਾਨੇ ਪਹਿਚਾਨ ਕਰ ਬੁੱਢੇ ਸੋ ਬਖਾਨ ਕਰ। ਸਿੱਖ ਨੇ ਵੇਖ ਕਰਕੇ ਦੂਰੋਂ ਤੇ ਘੱਟੇ ਦੇ ਵਿੱਚੋਂ ਬੜੀ ਗਹੁ ਨਾਲ ਪਛਾਣ ਕਰਕੇ ਇਸ ਤਰ੍ਹਾਂ ਦੱਸਿਆ। ਗੁਰੂ ਕੇ ਭਿਆਨ ਕਰ ਆਵੇ ਇਤ ਔਰ ਕੋ। ਬਾਬਾ ਬੁੱਢਾ ਸਾਹਿਬ ਜੀ ਇਸ ਤਰ੍ਹਾਂ ਜਾਪ ਰਿਹਾ ਜਿਵੇਂ ਗੁਰੂ ਕੇ ਇੱਧਰ ਨੂੰ ਆ ਰਹੇ ਹਨ। ਨਰਨ ਕੇ ਭੀੜ ਸੰਗ ਸਯੰਦਨ ਤੋਂ ਰੰਗ ਲੱਗੇ। ਬਹੁਤ ਮਨੁੱਖਾਂ ਦੀ ਨਾਲ ਭੀੜ ਹੈ। ਬੈਲ ਗੱਡੀਆਂ ਤੇ ਰਥ ਨਾਲ ਲਈ ਆ ਰਹੇ ਹਨ। ਭਾਜੇ ਤੇ ਸ਼ਬਦ ਹੋਤ ਸਕਟ ਸੋ ਜੋਰ ਕੋ। ਉਹ ਰਥ ਤੇ ਬੈਲ ਗੱਡੀਆਂ ਜਦੋਂ ਭੱਜ ਰਹੇ ਹਨ, ਉਹਨਾਂ ਦਾ ਸ਼ੋਰ ਸੁਣ ਕੇ ਇਹ ਜੰਗਲ ਦੇ ਪੰਛੀ ਅਤੇ ਹਿਰਨ ਜਾਨਵਰ ਆਦਿਕ ਇੱਧਰ ਉੱਧਰ ਭੱਜ ਰਹੇ ਹਨ। ਬੈਨ ਸ਼੍ਰੋਨ ਧਾਰੇ ਤੇ ਉਚਾਰੇ ਬ੍ਰਿਧ ਤਾਂ ਸੋ। ਜਦੋਂ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਸੁਣੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਰਾਮਦਾਸਪੁਰੇ ਕਿਨ ਕੀਨੋ ਅਸ ਸ਼ੋਰ ਕੋ। ਕਿ ਰਾਮਦਾਸਪੁਰੇ ਵਾਲਿਆਂ ਨੇ ਕਿਉਂ ਇਸ ਤਰ੍ਹਾਂ ਸ਼ੋਰ ਮਚਾਇਆ ਹੋਇਆ ਹੈ? ਭਾਜਰ ਕੋ ਪਾਏ ਸਮੁਦਾਇ ਨਾਰ ਲਿਆਏ ਸਾਥ। ਇਹ ਬੈਲ ਗੱਡੀਆਂ ਰਥ ਕਿਉਂ ਭਜਾਈ ਆ ਰਹੇ ਹਨ ਤੇ ਬਹੁਤ ਜ਼ਿਆਦੇ ਮਨੁੱਖ ਨਾਲ ਕਿਉਂ ਲਈ ਆ ਰਹੇ ਹਨ? ਚੱਲੇ ਕਿਸ ਥਾਨ ਕੋ ਉਠਾਏ ਧੁਨ ਘੋਰ ਕੋ। ਇਹ ਕਿਸ ਤਰਫ ਨੂੰ ਜਾ ਰਹੇ ਹਨ ਤੇ ਬੜੀਆਂ ਆਵਾਜ਼ਾਂ ਆ ਰਹੀਆਂ ਹਨ। ਕੁਝ ਵਿਦਵਾਨ
ਆਪੋ ਆਪਣੀ ਬੁੱਧ ਦੇ ਅਨੁਸਾਰ। ਇੱਥੇ ਕਹਿੰਦੇ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਸਰਾਪ ਦੇ ਦਿੱਤਾ। ਅਸਲ ਦੇ ਵਿੱਚ ਜੋ ਬ੍ਰਹਮ ਗਿਆਨੀ ਹੁੰਦੇ ਹਨ ਨਾ, ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਹੁੰਦਾ। ਜੇ ਪਰਮੇਸ਼ਰ ਨੂੰ ਪਤਾ, ਗੁਰੂ ਨੂੰ ਪਤਾ, ਤੇ ਜੋ ਪਰਮੇਸ਼ਰ ਦੇ ਵਿੱਚ ਇੱਕਮਿਕ ਹੋ ਗਏ, ਜੋ ਬ੍ਰਹਮ ਗਿਆਨ ਦੀ ਅਵਸਥਾ ਦੇ ਸਹਿਤ ਹਨ ਨਾ, ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦਾ ਪਤਾ ਹੁੰਦਾ। ਉਹ ਆਉਣ ਵਾਲੇ ਸਮੇਂ ਨੂੰ ਜਾਣ ਕੇ ਹੀ ਕਈ ਵਾਰਾਂ ਸੁਤੇ ਸਿੱਧ ਮੁਖ ਤੋਂ ਬਚਨ ਜੋ ਹੋਣਾ ਹੁੰਦਾ ਪਰ ਬ੍ਰਹਮ ਗਿਆਨੀ ਉਸ ਹੋਣ ਵਾਲੇ ਬਚਨ ਨੂੰ ਕੁਝ ਸਮਾਂ ਜੇ ਪਹਿਲੋਂ ਕਰ ਦੇਵੇ, ਉਹ ਸਰਾਪ ਨਹੀਂ, ਉਹ ਸਮਾਂ ਆਉਣ ਵਾਲਾ, ਉਹ ਬ੍ਰਹਮ ਗਿਆਨ ਦੀ ਅਵਸਥਾ ਦੇ ਸਹਿਤ ਜੇ ਕੋਈ ਪਹਿਲੋਂ ਬਚਨ ਕਰ ਦੇਵੇ, ਉਹ ਬਚਨ ਤੇ ਹੋਣਾ ਹੀ ਹੁੰਦਾ, ਉਹ ਹੋ ਕੇ ਹੀ ਰਹਿਣਾ ਹੁੰਦਾ, ਪਰ ਉਹ ਸਰਾਪ ਨਹੀਂ ਹੁੰਦਾ। ਉਹ ਆਉਣ ਵਾਲੇ ਸਮੇਂ ਦੀ ਇੰਜ ਕਹਿ ਲਓ ਭਵਿੱਖਬਾਣੀ ਕੀਤੀ ਜਾਂਦੀ ਹੈ। ਇਸੇ ਹੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਜੋ ਬ੍ਰਹਮ ਗਿਆਨ ਦੀ ਅਵਸਥਾ ਦੇ ਸਹਿਤ ਸਨ, ਗੁਰੂ ਵਿੱਚ ਪਰਮੇਸ਼ਰ ਵਿੱਚ ਇੱਕਮਿਕ ਹੋ ਚੁੱਕੇ ਸਨ, ਉਹਨਾਂ ਨੂੰ ਸਾਰੀ ਗੱਲ ਦਾ ਪਤਾ ਸੀ। ਐਵੇਂ ਹੀ ਨਹੀਂ, ਜਦੋਂ ਵੀ ਗੁਰੂ ਸਾਹਿਬਾਨ ਜੀ ਕਿਸੇ ਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਲੱਗਦੇ, ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਲੈਂਦੇ। ਭਾਵੇਂ ਦਾਤ ਧੁਰਦੀ, ਪਰ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਲੈਂਦੇ। ਜਦੋਂ 6ਵੇਂ ਪਾਤਸ਼ਾਹ ਜੀ ਨੇ ਵੀ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਸੀ। ਇਤਿਹਾਸ ਵਿੱਚ ਇਹ ਬੋਲਿਆ ਕਿ ਬਾਬਾ ਬੁੱਢਾ ਸਾਹਿਬ ਜੀ, ਕਿਉਂਕਿ 11 ਕੁ ਸਾਲ ਦੀ ਉਸ ਵੇਲੇ ਸਰੀਰਕ ਅਵਸਥਾ ਸੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦੇ ਅਨੁਸਾਰ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਦੇ ਯੋਗ ਹੋ ਗਏ? ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਜਿਸ ਤੇ ਤੁਸੀਂ ਹੱਥ ਰੱਖ ਦੇਵੋ, ਜਿਸ ਦੇ ਵਿੱਚ ਜੋਤ ਟਿਕਾ ਦੇਵੋ, ਉਹ ਯੋਗ ਹੈ। ਸੋ ਕਹਿਣ ਤੋਂ ਭਾਵ ਕਿ ਬ੍ਰਹਮ ਗਿਆਨੀਆਂ ਨੂੰ ਵੀ ਆਉਣ ਵਾਲੇ ਸਮੇਂ ਦਾ ਪਤਾ ਹੁੰਦਾ, ਤੇ ਸੁਤੇ ਸਿੱਧ ਹੀ ਮੁਖ ਤੋਂ ਉਹ ਬਚਨ ਕਰ ਦਿੰਦੇ ਹਨ। ਐਸੇ ਕਹਿ ਦੇਖਣ ਲੱਗੇ ਹੈ ਪੁਨ ਤਾਹੀ ਔਰ ਇਤਨੇ ਮੈਂ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ, ਨਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਤਰਫ ਵੇਖਣ ਲੱਗ ਪਏ। ਨੇੜੇ ਆਏ ਤਿਆਗ ਸਭ ਯਾਨ ਕੋ। ਜਦੋਂ ਸਾਰੇ ਹੀ ਨੇੜੇ ਆ ਗਏ, ਆਪੋ ਆਪਣੀਆਂ ਅਸਵਾਰੀਆਂ ਦੇ ਵਿੱਚੋਂ ਉਤਰ ਗਏ। ਗੰਗਾ ਸੰਗ ਦਾਸੀ ਲੀਨ ਦਾਸਨ ਕੋ ਆਗੇ ਕੀਨ। ਮਾਤਾ ਗੰਗਾ ਜੀ ਨੇ ਸਮੂਹ ਦਾਸ ਦਾਸੀਆਂ ਨੂੰ ਅੱਗੇ ਨਾਲ ਲਿਆ, ਉਹਨਾਂ ਨੂੰ ਅੱਗੇ ਕਰ ਲਿਆ ਅਤੇ ਆਪ ਪਿੱਛੇ ਚੱਲ ਪਏ। ਨਮੋ ਪਾਏ ਠਾਨ ਆਗੇ ਧਰਿਓ ਪਕਵਾਨ ਕੋ। ਦਾਸ ਦਾਸੀਆਂ ਨੂੰ ਨਾਲ ਲਿਆ, ਉਹਨਾਂ ਦੇ ਹੱਥ ਵਿੱਚ ਹੀ ਪਕਵਾਨ ਫੜਾ ਲਏ, ਤੇ ਉਹਨਾਂ ਦੇ ਕੋਲੋਂ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਰਖਾ ਕਰਕੇ ਸਾਰਿਆਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕੀਤੇ। ਸਹਿਜ ਸੁਭਾਏ ਬ੍ਰਿਧ ਬਾਖ ਕੋ ਸੁਨਾਏ ਕਹਿਓ। ਸੁਤੇ ਸਿੱਧ ਹੀ, ਵੇਖੋ ਕਵੀ ਭਾਈ ਸੰਤੋਖ ਸਿੰਘ ਜੀ ਵੀ ਸਹਿਜ ਸੁਭਾਏ ਲਿਖ ਰਹੇ ਆ ਕਿ ਸੁਤੇ ਸਿੱਧ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਕੈਸੇ ਆਈ ਮਾਤ ਕਰ ਭਾਜਰ ਮਹਾਨ ਕੋ। ਕਿ ਮਾਤਾ ਜੀ ਕਿਵੇਂ ਆਉਣਾ ਹੋਇਆ? ਬੜੀਆਂ ਰਥਾਂ ਅਤੇ ਬੈਲ ਗੱਡੀਆਂ ਨੂੰ ਭਾਜਰ ਮਹਾਨ ਕੋ ਬੜੀ ਤੇਜ਼ ਭਜਾਈ ਆ ਰਹੇ ਸੀ। ਸੋਨੇ ਕੰਪ ਮਾਨ ਪਾਈ ਪਾਉਣ ਲੱਗੇ ਕੇਲਾ ਜਿਮ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਤਰ੍ਹਾਂ ਬਚਨ ਕੀਤੇ, ਮਾਤਾ ਗੰਗਾ ਜੀ ਮਨ ਹੀ ਮਨ ਦੇ ਵਿੱਚ ਡਰ ਗਏ। ਸੂਕਿਓ ਮੁਖ ਬੋਲੀ ਨਹੀਂ ਮਹਾ ਤਰਾਸ ਮਾਨ ਕੋ। ਮਾਤਾ ਗੰਗਾ ਜੀ ਡਰ ਗਏ ਤੇ ਮੁਖ ਤੋਂ ਕੋਈ ਨਹੀਂ ਬਚਨ ਕੀਤਾ। ਕੇਲਾ ਜਿਮ ਲੱਗੇ, ਪਾਉਣ ਲੱਗੇ ਕੇਲਾ ਜਿਮ, ਸੂਕਿਓ ਮੁਖ। ਬਾਬਾ ਕਬੀਰ ਜੀ ਨੇ ਵੀ, ਭਗਤ ਕਬੀਰ ਜੀ ਨੇ ਵੀ, ਕੇਲੇ ਮੁੱਢ ਕਰੀਰ ਉਹ ਝੂਲੇ ਉਹ ਚੀਰੀਐ ਸਾਕਤ ਸੰਗ ਨਾ ਹੇਰ। ਉਦਾਹਰਨ ਦਿੱਤੀ ਹੈ ਕਿ ਜਿਵੇਂ ਕੇਲੇ ਦੇ ਮੁੱਢ ਦੇ ਵਿੱਚ ਬੇਰੀ ਦਾ ਦਰਖਤ ਹੋਵੇ, ਕੇਲਾ ਜਦੋਂ ਹਵਾ ਦੇ ਨਾਲ ਝੂਰਦਾ ਤੇ ਉਹ ਜਿਹੜੇ ਬੇਰੀ ਦੇ ਦਰਖਤ ਨੂੰ, ਕੇਲੇ ਨੂੰ, ਬੇਰੀ ਦੇ ਦਰਖਤ ਨੂੰ ਜਿਹੜੇ ਕੰਡੇ ਲੱਗੇ ਨਾ, ਉਹ ਕੇਲੇ ਦੇ ਦਰਖਤ ਨੂੰ, ਉਹ ਕੋਮਲਿਆਂ ਨੂੰ ਚੀਰੀ ਜਾਂਦੇ। ਇਸ ਤਰ੍ਹਾਂ ਉਦਾਹਰਨ ਦੇ ਕਰਕੇ ਕਵੀ ਭਾਈ ਸੰਤੋਖ ਜੀ ਕਹਿ ਰਹੇ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਸੁਤੇ ਸੇਧੀ ਬਚਨ ਕੀਤਾ ਕਿ ਬੜੇ ਗੱਡੇ ਰਥ ਭਜਾਈ ਆ ਰਹੇ। ਸੋ ਮਾਤਾ ਗੰਗਾ ਜੀ ਦਾ ਜੋ ਕੋਮਲ ਹਿਰਦਾ ਸੀ, ਉਸ ਨੂੰ ਇਹ ਬਚਨ ਇਸ ਤਰ੍ਹਾਂ ਲੱਗੇ
ਜਿਵੇਂ ਕੇਲੇ ਦੇ ਦਰਖਤ ਨੂੰ ਬੇਰੀ ਦੇ ਕੰਡੇ ਚੀਰਦੇ ਹਨ। ਦਾਸੀ ਬੋਲੀ ਹਾਥ ਜੋਰ ਸਤਿਗੁਰੂ ਇਤ ਔਰ। ਫਿਰ ਦਾਸੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਧਰ ਭੇਜਿਆ ਹੈ। ਆਗਿਆ ਦੇ ਕੇ ਪਠੀ ਸੋ ਤਲੋਰੇ ਤੁਮ ਬੈਨ ਤੇ। ਆਗਿਆ ਦੇ ਕਰਕੇ ਭੇਜਿਆ ਹੈ ਕਿ ਆਪ ਜੀ ਮਾਤਾ ਗੰਗਾ ਜੀ ਨੂੰ ਪੁੱਤਰ ਪ੍ਰਾਪਤੀ ਦਾ ਵਰ ਦੇਵੋ। ਸਿੱਖਨ ਮੈਂ ਮੁਖ ਗੁਰੂ ਨਾਨਕ ਕੋ ਦੇਖਿਓ ਆਪ। ਆਪ ਜੀ ਸਿੱਖਾਂ ਦੇ ਵਿੱਚ ਮੁਖੀ ਸਿੱਖ ਹੋ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਸਾਰੇ ਹੀ ਗੁਰੂ ਸਾਹਿਬਾਨ ਜੀ ਨੂੰ ਆਪ ਜੀ ਨੇ ਦਰਸ਼ਨ ਕੀਤੇ ਹਨ। ਗੁਣ ਮੈਂ ਮਹਾਨ ਹੋ ਸਮਾਨ ਆਨ ਹੈ ਨਾ ਤੇ। ਆਪ ਜੀ ਗੁਣਾਂ ਦੇ ਵਿੱਚ ਮਹਾਨ ਹੋ, ਆਪ ਜੀ ਦੇ ਬਰਾਬਰ ਕੋਈ ਨਹੀਂ। ਕਾਲੀ ਬੜੀ ਘਾਲ ਪਏ ਬੈਸ ਮੈਂ ਵਿਸਾਲ ਅਬ। ਬਹੁਤ ਸੇਵਾ ਸਿਮਰਨ ਦੀ ਘਾਲ ਆਪ ਜੀ ਨੇ ਘਾਲੀ ਹੈ। ਆਪ ਜੀ ਦੀ ਉਮਰ ਵੀ ਬਹੁਤ ਵੱਡੀ ਹੈ। ਸੰਕਟ ਕਰਾਲ ਕੇ ਕਟਈਆ ਦੇਖ ਨੈਣ ਤੇ। ਆਪ ਜੀ ਦੇਸ ਵੱਲ ਵੀ ਨਿਗਾਹ ਭਰ ਕੇ ਦੇਖਦੇ ਹੋ, ਉਸ ਦੇ ਦੁੱਖ ਕੱਟ ਦਿੰਦੇ ਹੋ। ਪੂਜੀਏ ਕਿਰਪਾਲ ਬਰ ਦੀਜੀਏ ਨਿਹਾਲ ਕਰ। ਇਸ ਕਰਕੇ ਆਪ ਜੀ ਕਿਰਪਾ ਦ੍ਰਿਸ਼ਟੀ ਕਰਕੇ ਮਾਤਾ ਗੰਗਾ ਜੀ ਦੇ ਵੱਲ ਵੀ ਵੇਖਣਾ ਕਰੋ। ਜਾਚੇ ਮਾਤ ਬੈਠੀ ਪਦ ਬੰਦੇ ਮਨ ਧੈਨ ਤੇ। ਬੜੇ ਦੀਨ ਮਨ ਦੇ ਨਾਲ ਮਾਤਾ ਗੰਗਾ ਜੀ ਵੀ ਆਪ ਜੀ ਦੇ ਚਰਣਾ ਕਮਲਾਂ ਵਿੱਚ ਬੈਠੇ ਹਨ। ਬੁੱਢੇ ਸ਼ਰੋਨ ਸੁਨ ਕੈ ਜਵਾਬ ਦੀਨ ਭਨ ਕੈ। ਬਾਬਾ ਬੁੱਢਾ ਸਾਹਿਬ ਜੀ ਨੇ ਦਾਸੀ ਦੇ ਬਚਨ ਸੁਣ ਕੇ ਇਸ ਤਰ੍ਹਾਂ ਕਿਹਾ, ਮੇਰੇ ਕੋਲ ਪੁੱਤਰ ਕਿੱਥੇ? ਤਨੂਜ ਕਹਾ ਮੋਹਿ ਟਿਕ ਕਾਹੀ ਗੁਰ ਧਾਮ ਕੋ। ਮੇਰੇ ਕੋਲ ਪੁੱਤਰ ਕਿੱਥੇ? ਮੈਂ ਗੁਰੂ ਦੇ ਘਾਹ ਦਾ ਰਾਖਾ, ਗੁਰੂ ਦੀਆਂ ਫਸਲਾਂ ਦਾ ਰਾਖਾ। ਮੈਂ ਗੁਰੂ ਘਰ ਦੇ ਡੰਗਰ ਨਵਾਉਣ ਵਾਲਾ, ਡੰਗਰ ਚਾਰਨ ਵਾਲਾ। ਅਸਲ ਦੇ ਵਿੱਚ ਜੋ ਜਿੰਨੀ ਵੱਡੀ ਅਵਸਥਾ ਦਾ ਮਾਲਕ ਹੁੰਦਾ ਹੈ ਨਾ, ਉਹ ਬਚਨ ਓਨੇ ਹੀ ਨਿਮਰਤਾ ਭਰੇ ਕਰਦਾ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਵਿੱਚ ਸ਼ਕਤੀ ਹੈ, ਪਰ ਬਾਬਾ ਬੁੱਢਾ ਜੀ ਕਹਿ ਰਹੇ ਮੇਰੇ ਕੋਲ ਇੰਨੀ ਸਮਰੱਥਾ ਕਿੱਥੇ? ਰਾਖਾ ਰਹੋ ਬੀੜ ਕੋ ਸ਼ਕਤ ਮੋ ਮੈਂ ਕਹਾਂ ਅਸ। ਮੈਂ ਗੁਰੂ ਘਰ ਦੀਆਂ ਫਸਲਾਂ ਦਾ ਰਾਖਾ, ਮੇਰੇ ਕੋਲ ਇੰਨੀ ਸ਼ਕਤੀ ਸਮਰੱਥਾ ਕਿੱਥੇ? ਸੇਵਕ ਸਦਾ ਕੀ ਕਰੇ ਕਾਮ ਅਬ ਰਾਮ ਕੋ। ਮੈਂ ਗੁਰੂ ਘਰ ਦਾ ਦਾਸ, ਗੁਰੂ ਘਰ ਦੀਆਂ ਸੇਵਾਵਾਂ ਕਰਨ ਵਾਲਾ। ਆਪ ਗੁਰੂ ਪੂਰਨ ਹੈ ਪੂਰਤ ਮਨੋਰਥਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਹਨ ਤੇ ਸਮੂਹ ਸੰਗਤਾਂ ਦੇ ਮਨੋਰਥਾਂ ਨੂੰ ਪੂਰੀਆਂ ਕਰਨ ਵਾਲੇ ਹਨ। ਜਾਚਤ ਹਜ਼ਾਰੋਂ ਦਾਸ ਲੇਹ ਤਿਨ ਨਾਮ ਕੋ। ਹਜ਼ਾਰਾਂ ਹੀ ਸਿੱਖ ਸੰਗਤਾਂ ਉਹਨਾਂ ਦੇ ਚਰਨਾਂ ਵਿੱਚ ਆਣ ਕੇ ਉਹਨਾਂ ਦਾ ਨਾਮ ਲੈਂਦੀਆਂ, ਦਾਤਾਂ ਮੰਗਦੀਆਂ ਤੇ ਉਹਨਾਂ ਨੂੰ ਦਾਤਾਂ ਮਿਲ ਰਹੀਆਂ ਹਨ। ਕੋਸ ਹੋਏ ਸੈਂਕੜੇ ਅਰਾਧੇ ਜਨ ਭੈ ਧਰੇ। ਇਹ ਵੀ ਨਹੀਂ ਜੇ ਕੋਈ ਸੈਂਕੜੇ ਕੋਹ ਦੂਰ ਬੈਠਾ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਨ ਹੀ ਮਨ ਹਿਰਦੇ ਅੰਦਰ ਯਾਦ ਕਰਕੇ ਕੋਈ ਦਾਤ ਮੰਗਦਾ ਹੈ। ਸਹਾਏ ਜਾਏ ਕਹਿ ਕਰੈ ਬਿਦਾਰੈ ਰਿਪ ਬਾਮ ਕੋ। ਤੇ ਸੈਂਕੜੇ ਕੋਹ ਦੂਰ ਜਾ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਦੀ ਸਹਾਇਤਾ ਕਰਦੇ ਹਨ। ਮੌਨ ਪੁੰਨ ਧਾਰੀ ਸੁਨ ਗੰਗਾ ਜਉ ਨਿਰਾਸ ਭਈ। ਮਾਤ ਗੰਗਾ ਜੀ ਨੇ ਇਸ ਤਰ੍ਹਾਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸੁਣੇ ਨਿਰਾਸ ਹੋ ਗਏ। ਮਨ ਮੈਂ ਉਦਾਸ ਬਹੁ ਸੰਕਟ ਕੋ ਪਾਏ ਕੈ। ਮਨ ਦੇ ਵਿੱਚ ਬਹੁਤ ਹੀ ਉਦਾਸ ਹੋ ਗਏ। ਦਾਸੀ ਦਾਸ ਬ੍ਰਿੰਦ ਜਨ ਸਗਰੇ ਬਿਮਨ ਭਏ। ਜੋ ਨਾਲ ਆਏ ਸਨ ਸਮੂਹ ਦਾਸ ਦਾਸੀਆਂ ਸਾਰੇ ਹੀ ਉਦਾਸ ਹੋ ਗਏ। ਬੋਲਤ ਨਦਨ ਦੀਨੋ ਹਰਖ ਮਿਟਾਏ ਕੈ। ਸਾਰੇ ਹੀ ਉਦਾਸ ਹੋ ਗਏ, ਕੋਈ ਇੱਕ ਦੂਜੇ ਦੇ ਨਾਲ ਕੋਈ ਬਚਨ ਨਹੀਂ ਕਰਦਾ। ਨਮੋ ਠਾਨ ਠਾਨ ਕੈ ਉਠੇ ਹੈ ਚੜ ਜਾਨ ਪੈ। ਸਾਰੇ ਹੀ ਵਾਰੀ ਵਾਰੀ ਬਾਬਾ ਬੁੱਢਾ ਸਾਹਿਬ ਜੀ ਨੂੰ ਨਮਸਕਾਰ ਕਰਕੇ ਉੱਠ ਪਏ। ਸੋ ਪੰਥ ਪ੍ਰਸਥਾਨ ਕੈ ਵਿਸਾਲ ਚਿੰਤ ਪਾਏ ਕੈ। ਬਹੁਤ ਚਿੰਤਾ ਦੇ ਸਹਿਤ ਆਪੋ ਆਪਣੀਆਂ ਸਵਾਰੀਆਂ ਤੇ ਤਿਆਰ ਹੋ ਗਏ। ਪ੍ਰਿਥੀ ਕੋ ਬਾਕ ਹੋਏ ਸਾਚੋ ਸਭ ਜਾਣਿਓ ਮਨ। ਮਨ ਹੀ ਮਨ ਵਿੱਚ ਸੋਚਣ ਲੱਗ ਪਏ, ਹੋਵੇ ਨਾ ਕਿਤੇ ਬਾਬਾ ਪ੍ਰਿਥੀ ਚੰਦ ਜੀ ਦਾ ਬਚਨ ਸੱਚਾ ਹੀ ਹੋ ਜਾਵੇ। ਉਪਜੇ ਨਾ ਆਨੰਦ ਚਲੇ ਜਾਤ ਮੁਰਝਾਏ ਕੈ। ਕਿ ਇਹਨਾਂ ਦੇ ਘਰ ਪੁੱਤਰ ਹੀ ਨਾ ਹੋਵੇ, ਇਸ ਤਰ੍ਹਾਂ ਮੁਰਝਾਏ ਮਨ ਚੱਲ ਰਹੇ ਹਨ। ਆਏ ਗਏ ਰਾਮਦਾਸਪੁਰ ਮੈਂ
ਉਤਰ ਬਰੇ ਸਦਨ। ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ, ਉਤਰ ਕੇ ਗੁਰੂ ਕੇ ਮਹਿਲ ਗੁਰ ਅਸਥਾਨ ਵਿਖੇ ਆ ਗਏ। ਗੁਰੂ ਜੀ ਦੇਖੇ ਬੰਦਨਾ ਕੋ ਧਾਰ ਕਰ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਘਰ ਹੀ ਵਿੱਚ ਸਨ। ਸਾਰਿਆਂ ਨੇ ਨਮਸਕਾਰ ਕੀਤੀ। ਕੋਮਲ ਕਮਲ ਕੁਮਲਾਇਓ ਸੋ ਬਦਨ ਹੀਰ। ਮਾਤਾ ਗੰਗਾ ਜੀ ਦਾ ਕੋਮਲ ਵਰਗਾ ਕਮਲ ਵਰਗਾ ਕੋਮਲ ਮੁਖੜਾ ਕੁਮਲਾਇਆ ਹੋਇਆ ਵੇਖ ਕਰਕੇ ਪੂਚੀ ਸੁਤ ਕਾਮਨਾ ਕੋ ਪਾਈ ਚਿੰਤ ਟਾਰ ਕਰ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪੁੱਛਣ ਲੱਗ ਗਏ, ਪੁੱਤਰ ਦੀ ਪ੍ਰਾਪਤੀ ਦਾ ਵਾਰ ਹੋ ਗਿਆ, ਚਿੰਤਾ ਦੂਰ ਹੋ ਗਈ। ਕੈਸੇ ਤੋ ਬਿਮਨ ਨਹੀਂ ਆਨੰਦ ਸਮੇਤ ਮਨ। ਪਰ ਤੇਰਾ ਮੁਖ ਬੜਾ ਉਦਾਸ ਹੈ, ਮਨ ਕੋਈ ਖੁਸ਼ ਨਹੀਂ ਜਾਪਦਾ। ਵਾਰਤਾ ਕੋ ਭਨ ਜਿਮ ਆਈ ਤਹਾਂ ਕਾਰ ਕਰ। ਸਾਰੀ ਗੱਲ ਸਾਨੂੰ ਦੱਸਣਾ ਕਰੋ ਜੋ ਵੀ ਉਥੇ ਹੋਈ ਹੈ। ਲੋਚਨ ਮੈਂ ਬਾਰ ਪਰ ਊਡੇ ਬੜ ਸਵਾਸ ਭਰ। ਮਾਤ ਗੰਗਾ ਜੀ ਠੰਡੇ ਸਾਹ ਲੈ ਕਰਕੇ ਅੱਖਾਂ ਦੇ ਵਿੱਚ ਹੰਝੂ ਭਰ ਕੇ ਵਾਰਤਾ ਬਤਾਈ ਮੁਖ ਬਾਗ ਕੋ ਉਚਾਰ ਕਰ। ਸਾਰੀ ਗੱਲ ਮਾਤਾ ਗੰਗਾ ਜੀ ਨੇ ਦੱਸਣਾ ਕੀਤੇ। ਸੁਨੋ ਪ੍ਰਭ ਰਾਵਰਕ ਪ੍ਰੇਰੇ ਹਮ ਗਏ ਤਹਾਂ। ਸੱਚੇ ਪਾਤਸ਼ਾਹ ਆਪ ਜੀ ਦੀ ਆਗਿਆ ਪਾ ਕਰਕੇ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਸਾਂ। ਬੰਦਨ ਕੋ ਠਾਨ ਕੀਨ ਆਗੇ ਅਰਦਾਸ ਕੋ। ਜਾ ਕਰਕੇ ਨਮਸਕਾਰ ਕੀਤੀ। ਦਾਸੀ ਨੇ ਬੇਨਤੀ ਕੀਤੀ, ਆਤਮਜ ਰਹਿਓ ਕਿਤ ਦੀਨਸ ਅਹਤ ਮਹਾ। ਪਰ ਪੁੱਤਰ ਪ੍ਰਾਪਤੀ ਦਾ ਵਰ ਤੇ ਕਿਧਰੇ ਰਿਹਾ। ਉਹਨਾਂ ਨੇ ਤਾਂ ਕੋਰਾ ਜਵਾਬ ਦੇ ਦਿੱਤਾ ਕਿ ਸਾਡੇ ਕੋਲ ਪੁੱਤਰ ਕਿੱਥੇ। ਭਾਜਰ ਪਰੇਗੀ ਪੁਰ ਸੰਕਟ ਪ੍ਰਕਾਸ਼ ਕੋ। ਸਗੋਂ ਇਸ ਤਰ੍ਹਾਂ ਬਚਨ ਕੀਤਾ ਕਿ ਤੁਸੀਂ ਗੱਡੇ ਰਾਥ ਗੱਡੀਆਂ ਕਿੱਧਰ ਭਜਾਈ ਆ ਰਹੇ ਹੋ। ਐਸੀ ਵਿਪਰੀਤ ਪਈ ਚਿੰਤਾ ਬੜ ਚੀਤ ਭਈ। ਇਸ ਕਰਕੇ ਸਾਡਾ ਮੁਖ ਉਤਰਿਆ ਹੋਇਆ ਹੈ। ਮਨ ਦੇ ਵਿੱਚ ਚਿੰਤਾ ਹੈ ਕਿ ਪੁੱਤਰ ਪ੍ਰਾਪਤੀ ਦਾ ਵਰ ਨਹੀਂ ਮਿਲਿਆ। ਆਈ ਪੈ ਭੀਤ ਪਈ ਆਪਨੇ ਆਵਾਸ ਕੋ। ਇਸ ਕਰਕੇ ਅਸੀਂ ਆਪਣੇ ਘਰ ਨੂੰ ਵਾਪਸ ਖਾਲੀ ਆ ਗਏ। ਕਲਪ ਤਰੂ ਪੈ ਜਿਮ ਜਾਏ ਕੋ ਜਤਨ ਕਰ। ਇਹ ਤੇ ਇਸ ਤਰ੍ਹਾਂ ਹੋਇਆ ਕਿ ਬੜੀ ਆਸ ਲੈ ਕਰਕੇ ਜਿਵੇਂ ਕਲਪਤਰ ਬ੍ਰਿਸ਼ ਦੇ ਕੋਲ ਕੋਈ ਜਾਵੇ। ਪਾਏ ਨਾ ਪਦਾਰਥ ਗਵਾਏ ਬਿਤ ਪਾਸ ਕੋ। ਕਲਪਤਰ ਬ੍ਰਿਕਸ਼ ਦੇ ਕੋਲੋਂ ਕੋਈ ਪੂਰਨ ਪਦਾਰਥ ਤੇ ਪ੍ਰਾਪਤੀ ਨਾ ਹੋਵੇ, ਕੋਲ ਧਵਨ ਵੀ ਬੰਦਾ ਗਵਾ ਆਵੇ। ਬੂਜੀ ਗੁਰ ਗਵਨੀ ਤੇ ਕੌਣ ਸੇ ਸਮਾਜ ਸੰਗ। ਸੱਚੇ ਪਾਤਸ਼ਾਹ ਪੁੱਛਣ ਲੱਗੇ, ਤੁਸੀਂ ਕਿਸ ਤਰ੍ਹਾਂ ਗਏ ਸੋ। ਕੈਸੇ ਭਾਉ ਕੀਨ ਭੇਟ ਦੀਨ ਕੌਣ ਜਾਏ ਕਰ। ਮਨ ਦੇ ਵਿੱਚ ਸ਼ਰਧਾ ਕਿਵੇਂ ਦੀ ਸੀ, ਭੇਟਾ ਕੀ ਲੈ ਕੇ ਗਏ, ਰੱਖੀ ਕਿੰਨੇ ਜਾ ਕਰਕੇ। ਗੰਗਾ ਨੇ ਉਚਾਰੀ ਚੜ ਰਥ ਅਸਵਾਰੀ ਗਈ। ਮਾਤ ਗੰਗਾ ਜੀ ਕਹਿਣ ਗਏ, ਰਸ ਦੀ ਅਸਵਾਰੀ ਤੇ ਚੜ ਕੇ ਅਸੀਂ ਗਏ ਸਾਂ। ਗਾਡੀ ਬਹੁ ਸੰਗ ਲੈ ਕੇ ਜਨ ਸਮੁਦਾਇ ਕਰ। ਨਾਲ ਬਹੁਤ ਦਾਸ ਦਾਸੀਆਂ ਬੈਲ ਗੱਡੀਆਂ ਤੇ ਚੜਾ ਕੇ ਲੈ ਕੇ ਗਏ। ਮਦਰ ਸਨਿਗਤ ਪ੍ਰਸਾਦ ਕੋ ਅਗਾਰੀ ਧਰਿਓ। ਮਿੱਠੇ ਖੱਟੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਜਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਰੱਖੇ। ਭਨਿਓ ਹੈ ਮਨੋਰਥ ਸੋ ਦਾਸੀ ਨੇ ਸੁਨਾਏ ਕਰ। ਤੇ ਜੋ ਇੱਛਾ ਸੀ ਉਹ ਦਾਸੀ ਨੇ ਬੇਨਤੀ ਕੀਤੀ। ਤਿਨੋਂ ਨੇ ਟਲਾਏ ਕਰ ਸ਼ਰਾਪ ਕੋ ਅਲਾਏ ਕਰ। ਉਹਨਾਂ ਨੇ ਫਿਰ ਸਾਨੂੰ ਜਵਾਬ ਦੇ ਦਿੱਤਾ ਤੇ ਇਸ ਤਰ੍ਹਾਂ ਬਚਨ ਕੀਤਾ, ਸਾਡੇ ਕੋਲ ਪੁੱਤਰ ਕਿੱਥੇ ਹੈ। ਸਭੈ ਬਿਸਮਾਏ ਕਰ ਤਰਾਸ ਉਪਜਾਏ ਕਰ। ਇਸ ਕਰਕੇ ਅਸੀਂ ਸਾਰੇ ਹੀ ਮਨ ਡਰੇ ਹੋਏ ਵਾਪਸ ਆ ਗਏ। ਸਵਈਆ ਛੰਦ ਸ੍ਰੀ ਗੁਰ ਅਰਜਨ ਸੁਨ ਕਰ ਪੁਨ ਕਹੈ। ਜਦੋਂ ਇਸ ਤਰ੍ਹਾਂ ਸਾਰੀ ਵਾਰਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਣੀ, ਇਸ ਤਰ੍ਹਾਂ ਬਚਨ ਕੀਤੇ। ਸਿੱਖਿਆ ਦਈ ਸੁਮਤ ਵਿਸਤਾਰ। ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਤਰ੍ਹਾਂ ਮਾਤ ਗੰਗਾ ਨੂੰ ਸਿੱਖਿਆ ਦਿੱਤੀ। ਪੂਰਨ ਪੁਰਖਨ ਕੇ ਟਿਕ ਜਾਨੋ। ਕਬੀਰ ਮਿਲਣੇ ਜਾਈਏ ਸਾਧ ਕੋ ਸਾਥ ਨਾ ਲੀਜੈ ਕੋਏ, ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ। ਕਿ ਬ੍ਰਹਮ ਗਿਆਨੀਆਂ ਦੇ ਕੋਲ, ਪੁੱਜੀਆਂ ਹੋਈਆਂ ਰੂਹਾਂ ਦੇ ਕੋਲ, ਸਤਪੁਰਖਾਂ ਦੇ ਕੋਲ ਜਦੋਂ ਜਾਣਾ ਹੋਵੇ, ਡਿੰਬ ਨਾ ਕੀਜੈ ਕਛੂ ਵਿਚਾਰ। ਕਿਸੇ ਵੀ ਤਰ੍ਹਾਂ ਦਾ ਕੋਈ ਵਿਖਾਵਾ ਨਹੀਂ ਕਰਨਾ ਚਾਹੀਦਾ। ਹੋਏ ਦੀਨ ਹੰਕਾਰ ਨਿਵਾਰੋ। ਬੜੀ ਨਿਮਰਤਾ ਦੇ ਸਹਿਤ ਜਾਣਾ ਕਰ ਚਾਹੀਦਾ ਹੈ। ਬਿਨਤੀ ਕੀਜੀਏ ਆਪ ਉਚਾਰ। ਜੋ ਲੋੜ ਹੋਵੇ ਆਪ ਬੇਨਤੀ ਕਰੀਦੀ, ਦਾਸੀ ਕੋਲੋਂ ਨਹੀਂ ਕਰਵਾਈ ਦੀ। ਨਹੀਂ ਜਨਾਬਨ ਆਪਾ ਕਰੀਐ। ਆਪਣਾ ਆਪ ਜਣਾਉਣਾ ਨਹੀਂ ਕਰੀਦਾ। ਬਚਨ ਧੂਰ ਕੇ ਬਨ ਅਨੁਹਾਰ। ਬੜੀ ਨਿਮਰਤਾ ਦੇ ਸਹਿਤ ਬਚਨ ਕਰਨੇ ਚਾਹੀਦੇ ਹਨ। ਦੋਹਰਾ ਇਤਿਆਦਕ ਸ਼ੁਭ ਮਤ ਕਹੀ। ਇਸ ਤਰ੍ਹਾਂ ਬਹੁਤ ਸਿੱਖਿਆ ਮਾਤਾ ਗੰਗਾ ਜੀ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦੇਣਾ ਕੀਤੀ। ਸੁਨ ਗੰਗਾ ਪਛਤਾਏ। ਮਾਤਾ ਗੰਗਾ ਜੀ ਸੁਣ ਕਰਕੇ ਪਛਤਾਉਣ ਲੱਗੇ ਮਨ ਹੀ ਮਨ। ਬਿਨਾ ਵਿਚਾਰੇ ਮੈਂ ਕਰਿਓ। ਕਿ ਬਿਨਾ ਵਿਚਾਰ ਕੀਤੀ ਤੋਂ ਹੀ ਅਸੀਂ ਚਲੇ ਗਏ। ਤਿਸ ਕੋ ਫਲ ਦੁਖ ਪਾਏ। ਇਸ ਦਾ ਫਲ ਸਾਨੂੰ ਇਹ ਹੋਇਆ ਕਿ ਸਾਨੂੰ ਜਵਾਬ ਮਿਲ ਗਿਆ,
ਅਸਲ 'ਚ ਅਸੀਂ ਭਾਵਨਾ ਨਾਲ ਨਹੀਂ ਗਏ, ਅਸੀਂ ਵਿਖਾਵਾ ਕੀਤਾ, ਨਿਮਰਤਾ ਦੇ ਨਾਲ ਨਹੀਂ ਗਏ, ਜਾ ਕੇ ਆਪ ਬੇਨਤੀ ਨਹੀਂ ਕੀਤੀ। ਮਾਤ ਗੰਗਾ ਜੀ ਨੂੰ ਮਹਿਸੂਸ ਹੋਇਆ ਕਿ ਕਿਧਰੇ ਨਾ ਕਿਧਰੇ ਕੋਈ ਘਾਟ ਸੀ, ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਨਹੀਂ ਕੀਤਾ। ਇੱਥੇ ਹੀ ਅੱਜ ਦੀ ਪ੍ਰਸੰਗ ਦੀ ਸਮਾਪਤੀ ਹੈ, ਸਮੇਂ ਦੀ ਵੀ ਸਮਾਪਤੀ ਹੈ। ਅਗਲਾ ਜੋ ਪ੍ਰਸੰਗ ਹੈ ਉਹ ਕੱਲ ਨੂੰ ਆਪ ਜੀ ਕੱਲ ਦੀ ਕਥਾ ਵਿੱਚ ਸਰਵਣ ਕਰੋਗੇ। ਇੱਥੇ ਹੀ ਸਮਾਪਤੀ ਹੈ। ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਇਤਿਆਦਿਕ ਸ਼ੁਭ ਮਤ ਕਹੀ ਸੁਨ ਗੰਗਾ ਪਛਤਾਏ, ਬਿਨਾ ਵਿਚਾਰੇ ਮੈਂ ਕਰਿਓ ਤਿਸ ਕੋ ਫਲ ਦੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ